ਸਕਾਈ 775। मैं साबी गुरदासपुरिया प्रोग्राम लैके हाज़र हो गया जी एक बार फिर लीगल टाइम। तो हमेशा ही ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲ ਕਰਦੇ ਹੁੰਦੇ ਆ ਤੇ ਸਾਡੇ ਸਪੈਸ਼ਲ ਗੈਸਟ ਜਿਹੜੇ ਉਹ ਸਾਡੇ ਨਾਲ ਵਿਚਾਰ ਚਰਚਾ ਜਾਂ ਉਹਦੇ ਬਾਰੇ ਜਾਣਕਾਰੀ ਦੇਣ ਲਈ ਹਮੇਸ਼ਾ ਹੀ ਪਹੁੰਚਦੇ ਨੇ। ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹਮੇਸ਼ਾ ਹੀ ਕਰਦੇ ਹੁੰਦੇ ਆ। ਤੇ ਜ਼ੁਬੈਰ ਰਸ਼ੀਦ ਦੀ ਪਹੁੰਚੇ ਹੋਏ ਨੇ, ਉਹਨਾਂ ਦਾ ਸਵਾਗਤ ਕਰਦੇ ਆ ਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨਾਲ ਫਿਰ ਕਰਦੇ ਆ ਜੀ। ਫਿਲਹਾਲ ਉਹਨਾਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਲਾਮ, ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ ਸਾਬੀ ਸਾਹਿਬ। ਅੱਜ ਅਸੀਂ ਦੁਬਾਰਾ ਜੁੜੇ ਹਾਂ ਸਕਾਈ 775 ਤੇ ਜੀ। ਇਮੀਗ੍ਰੇਸ਼ਨ ਦੀਆਂ ਜਿਹੜੀਆਂ ਲੇਟੈਸਟ ਖਬਰਾਂ ਜਾਣਕਾਰੀ ਲੋਕਾਂ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਜੀ। ਤੇ ਆਮ ਸ਼ੋਰ ਕਿ ਤੁਸੀਂ ਸਕਰੀਨ ਤੇ ਚਲਾ ਵੀ ਦਿੱਤਾ ਕਿ ਜਿਹਨੂੰ ਯੂਕੇ ਦੀ ਇਮੀਗ੍ਰੇਸ਼ਨ ਦੇ ਦੁਆਰੇ ਗੱਲਾਂ ਪੁੱਛਣੀਆਂ, ਖਾਸ ਕਰ ਜਿਹੜੇ ਸਟੂਡੈਂਟਸ ਅੱਗੇ ਜਿਹੜੇ ਬਾਹਰੀ ਤਾਦਾਦ ਵਿੱਚ ਮੁਖਤਲਿਫ ਦੇਸ਼ਾਂ ਤੋਂ, ਇੰਡੀਆ ਤੋਂ, ਪੰਜਾਬ ਤੋਂ ਆਏ, ਤਾਂ ਉਹ ਸਾਡੇ ਕੋਲ ਆਪਣੇ ਸਟੂਡੈਂਟ ਵੀਜ਼ੇ ਦੇ ਮੁਤਲਕ वर्क परमिट जिन्होंने स्किल वर्कर वीज़ा कहीदा या किसी होर भी इमीग्रेशन कैटेगरी या जेडे यूके दे जेडे बिजनेसिस अगे उन्हें अगर स्पॉन्सर लाइसेंस अप्लाई करना ताकि उन्होंने स्टूडेंट्स नूं या उन्होंने बंदियां नूं वर्क परमिट दिता जाऊ तो साढ़े कोल सवाल बात कर सकते हैं जी। बिल्कुल गल जिवें तुसीं छेड़ी कि हर वार कई ना किसी मुद्दे दे उपर किसी ना किसी सवालों के उपर वख-वख जानकारी जिहड़ी आ अपने दर्शकों नूं हमेशा दिंदे हुंदे आ। स्क्रीन के उपर नंबर भी लग गया, जरूर साडे दर्शक जेकर उन्होंने मन के कोई सवाल होएगा वो भी तुहाडे नाल गलबात करनगे। पर सब तो पहला मैं गलबात करदा जिवें तुसीं गल शुरुआत दे विच कीती कि जिहड़ा यूके स्किल वर्क वीज़ा जिहड़ा ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਕਿ ਕੀ ਚੀਜ਼ ਹੁੰਦੀ ਹੈ, ਇਹ ਕਿਸ ਤਰ੍ਹਾਂ ਦਾ ਇਹਦਾ ਪ੍ਰੋਸੀਜਰ ਹੁੰਦਾ, ਕੀ ਇਹਦਾ ਟਾਈਮ ਹੁੰਦਾ, ਕਿਸ ਤਰ੍ਹਾਂ ਦੀ ਇਹਦੀ ਜਿਹੜੀ ਹੈ ਰਿਕੁਆਇਰਮੈਂਟ ਹੁੰਦੀ ਹੈ, ਉਹਦੇ ਬਾਰੇ ਜਾਣਕਾਰੀ ਥੋੜੀ ਦਿਓ। ਬਿਲਕੁਲ ਜ਼ਰੂਰ ਜੀ। ਅੱਜ ਦੀ ਤਾਰੀਖ ਹੀ ਜਿਹੜਾ ਸਭ ਤੋਂ ਮਸ਼ਹੂਰ ਵੀਜ਼ਾ ਚੱਲ ਰਿਹਾ, ਜਿਹੜੇ ਖਾਸ ਕਰ ਸਟੂਡੈਂਟ ਜਾਂ ਜਿਹੜੇ ਬਾਹਰਲੇ ਲੋਕ ਵੀ ਆਉਂਦੇ ਯੂਕੇ ਦੇ ਅੰਦਰ ਵਰਕ ਪਰਮਿਟ 'ਤੇ, ਜਿਹਨੂੰ ਸਕਿੱਲ ਵਰਕਰ ਵੀਜ਼ਾ ਕਹੀਦਾ, ਉਸ ਦੀ ਜਿਹੜੀਆਂ ਖਾਸ ਖਾਸ ਉਹਦੇ ਅਸੂਲ ਹਨ, ਆਪਾਂ ਉਸ 'ਤੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਦਾ। ਜਿਹੜਾ ਬ੍ਰੈਕਸਿਟ ਤੋਂ ਬਾਅਦ ਯੂਕੇ ਵਿੱਚ ਜਿਹੜੇ ਸਕਿੱਲ ਵਰਕਰ ਹੈਗੇ, ਜਿਹੜੇ ਹੁਨਰਮੰਦ ਲੋਕ ਹੈਗੇ, ਉਹਨਾਂ ਦੀ ਬੜੀ ਕਮੀ ਮਹਿਸੂਸ ਕੀਤੀ ਜਾ ਰਹੀ ਆ। ਅਤੇ ਸਰਕਾਰ ਨੇ, ਹੋਮ ਆਫਿਸ ਨੇ ਕੀ ਕੀਤਾ ਕਿ ਸਕਿੱਲ ਵਰਕਰ ਵੀਜ਼ੇ ਨੂੰ ਥੋੜ੍ਹਾ ਜਿਹਾ ਆਸਾਨ ਕਰ ਦਿੱਤਾ। ਸਭ ਤੋਂ ਪਹਿਲੀ ਆਸਾਨੀ ਉਹਨਾਂ ਪੈਦਾ ਕੀਤੀ ਉਸਦੀ ਅੰਗਰੇਜ਼ੀ ਦੀ, ਇੰਗਲਿਸ਼ ਰਿਕੁਆਇਰਮੈਂਟ ਦੀ, ਜਿਹੜੀ ਕਿ ਨੋਰਮਲੀ ਅੱਜ ਕੱਲ੍ਹ 4 ਬੈਂਡ ਆਈਲੈਟਸ ਇਕੁਇਵਲੈਂਟ ਜਾਂ ਇਸਦੇ ਜਿਹੜੇ ਵੀ ਬਰਾਬਰ ਟੈਸਟ ਹੈਗਾ ਉਸ ਦੇ ਲੈਵਲ ਦੇ ਬਰਾਬਰ ਸਕੋਰ ਹੋਣਾ ਚਾਹੀਦਾ। ਅਗਰ ਅਸੀਂ ਸਿੰਪਲ ਜ਼ੁਬਾਨ ਵਿੱਚ ਗੱਲ ਕਰੀਏ ਤਾਂ ਆਈਲੈਟਸ 4 ਬੈਂਡ ਚਾਹੀਦਾ। ਆਈਲੈਟਸ ਤੋਂ ਜਿਹੜੀ ਵੱਡੀ ਚੀਜ਼ ਚਾਹੀਦੀ ਆ, ਉਹ ਜਿਹੜੀ ਸਕਿੱਲ ਲੈਵਲ ਹੈਗਾ, ਉਹ ਹੋਮ ਆਫਿਸ ਦੀ ਜਿਹੜੀ ਇੱਕ ਲਿਸਟ ਦਿੱਤੀ ਗਈ ਆ, ਉਸ ਲਿਸਟ ਦੇ ਅੰਦਰ ਉਹ ਸਕਿੱਲ ਫੋਲ ਕਰਨੀ ਚਾਹੀਦੀ ਆ। ਮਿਸਾਲ ਦੇ ਤੌਰ 'ਤੇ ਕਾਰਪੈਂਟਰ ਆ, ਮਿਸਾਲ ਦੇ ਤੌਰ 'ਤੇ ਕੁਝ ਮੇਸਨਰੀ ਦੀ ਜਾਬਾਂ, ਮਿਸਾਲ ਦੇ ਤੌਰ 'ਤੇ ਵੈਲਡਰ ਹੈਗੇ, ਮਿਸਾਲ ਦੇ ਤੌਰ 'ਤੇ ਹੈਲਥ ਕੇਅਰ ਵਰਕਰ ਹੈਗੇ, ਕੰਸਟਰਕਸ਼ਨ ਵਰਕਰ ਹੈਗੇ, ਵਕੀਲ ਵੀ ਹੈਗੇ, ਡਾਕਟਰਸ ਵੀ ਹੈਗੇ। ਇਸ ਤਰ੍ਹਾਂ ਦੀ ਬਾਹਲੀਆਂ ਸਕਿੱਲਸ ਦਿੱਤੀ ਗਈਆਂ ਜੀ। ਅਤੇ ਉਹ ਲੋਕ ਜਿਹੜੇ ਇਸ ਸਕਿੱਲ ਚਾਰਟ ਦੇ ਅੰਦਰ, ਇਸ ਸਕਿੱਲ ਦੀ ਜਿਹੜੀ ਲਿਸਟ ਦਿੱਤੀ ਗਈ ਹੈ, ਇਸ ਦੇ ਅੰਦਰ ਫੋਲ ਕਰਦੇ, ਉਹਨਾਂ ਕੋਲ ਪਹਿਲੀ ਗੱਲ ਸਕਿੱਲ ਹੋਊ। ਸਕਿੱਲ ਦੇ ਨਾਲ ਅੰਗਰੇਜ਼ੀ ਦੀ ਜਿਹੜੀ ਆਈਲੈਟਸ ਦੇ ਬਰਾਬਰ 4 ਬੈਂਡ ਹੋਣਾ ਚਾਹੀਦਾ ਜੀ। ਨਾਲੇ ਨਾਲ ਉਹਨਾਂ ਕੋਲ ਐਸਾ ਇੰਪਲੋਇਰ ਹੋਵੇ ਜਿਸ ਕੋਲ ਇੱਥੇ ਦੀ ਹੋਮ ਆਫਿਸ ਦੀ ਤਰਫੋਂ ਸਪੋਂਸਰ ਲਾਇਸੈਂਸ ਦੀ ਮਨਜ਼ੂਰੀ ਹੋਵੇ, ਇੱਕ ਸਪੋਂਸਰ ਲਾਇਸੈਂਸ ਹੋਵੇ ਕਿ ਉਹ ਇਸ ਬੰਦੇ ਨੂੰ ਸਪੋਂਸਰ ਕਰਕੇ ਯੂਕੇ ਵਿੱਚ ਵਰਕ ਪਰਮਿਟ 'ਤੇ 3 ਜਾਂ 5 ਸਾਲ ਵਾਸਤੇ ਤੱਕ ਬੁਲਾ ਸਕਦਾ ਜੀ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਸਪੋਂਸਰ ਦੀ ਗੱਲ ਕੀਤੀ, ਜਿਹੜਾ ਸਪੋਂਸਰ ਲਾਇਸੈਂਸ, ਉਹਦੇ ਬਾਰੇ ਵੀ ਜਾਵਾਂ, ਉਸ ਪਾਸੇ ਵੀ ਜਾਣਕਾਰੀ ਲਵਾਂਗੇ। ਪਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀ ਸਕਿੱਲ ਵਰਕ ਵੀਜ਼ਾ, ਉਹਦੇ ਵਿੱਚ ਕਿੰਨੇ ਟਾਈਮ ਦੀ ਰਿਕੁਆਇਰਮੈਂਟ ਹੈ ਕਿ ਇੰਨੇ ਟਾਈਮ ਦੀ ਤੁਹਾਡੀ ਸਕਿੱਲ ਜਿਹੜੀ ਹੈ ਉਹ ਸਰਟੀਫਿਕੇਟ ਕਹਿ ਸਕਦੇ ਹਾਂ, ਜਾਂ ਤੁਹਾਡੀ ਜਿਹੜਾ ਤਜਰਬਾ ਜਿਹੜਾ ਹੋਣਾ ਚਾਹੀਦਾ ਤੁਹਾਡੇ ਕੋਲ 2 ਸਾਲ ਦਾ ਜਾਂ 3 ਸਾਲ ਦਾ, ਉਹਦੇ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਟਾਈਮ ਦਾ ਜਿਹੜਾ ਤੁਹਾਡਾ ਤਜਰਬਾ ਹੋਏਗਾ ਫਿਰ ਅਸੀਂ ਅਪਲਾਈ ਕਰ ਸਕਦੇ ਹਾਂ। ਹਾਂਜੀ ਸਭੀ, ਇਹ ਵੀ ਚੰਗਾ ਸਵਾਲ ਪੁੱਛਾ ਕਿ ਸਕਿੱਲ, ਪਹਿਲੀ ਗੱਲ ਤਾਂ ਸਕਿੱਲ ਹੋਊ, ਸਕਿੱਲ ਕਿੰਨੇ ਚਿਰ ਦਾ ਐਕਸਪੀਰੀਅੰਸ ਹੋਊ। ਅਗਰ ਕੋਈ ਕਾਰਪੈਂਟਰ ਹੈ ਤਾਂ ਕਿੰਨੇ ਚਿਰ ਤੋਂ ਕਾਰਪੈਂਟਰੀ ਦਾ ਕੰਮ ਕਰਦਾ ਹੋਵੇ ਜੀ। ਹੋਮ ਆਫਿਸ ਨੇ ਇਸ 'ਤੇ ਮੁਖਤਲਿਫ ਪ੍ਰੋਫੈਸ਼ਨਸ 'ਤੇ ਮੁਖਤਲਿਫ ਗਾਈਡਲਾਈਨ ਦਿੱਤੀਆਂ, ਜਿਹੜੀਆਂ 3 ਸਾਲ ਤੋਂ ਸਕਿੱਲ ਹੋਵੇ, ਜਿਹਨੂੰ ਅਸੀਂ ਨਿਊ ਐਂਟਰੈਂਟ ਕਹਿੰਦੇ ਹਾਂ ਜੀ, ਉਹ ਹੋਵੇ, ਉਹ ਜ਼ਿਆਦਾ ਇੱਕ ਮੁਸਤਨਦ ਜਾਂ ਵੈਲਿਡ ਸਕਿੱਲ ਮੰਨੀ ਜਾਂਦੀ ਆ, ਜਿਸ ਵਿੱਚ ਘੱਟੋ ਘੱਟ 3 ਸਾਲ ਤੋਂ ਅਰਸਾ ਹੋਵੇ। ਅਗਰ 3 ਸਾਲ ਤੋਂ ਬਾਲਾ ਵੀ ਹੋਵੇ, ਜ਼ਿਆਦਾ ਵੀ ਹੋਵੇ, ਤਾਂ ਉਹਨੂੰ ਆਪਾਂ ਐਕਸਪੀਰੀਅੰਸ ਸਕਿੱਲ ਪਰਸਨ ਕਹੀਦਾ ਜੀ। ਤੇ ਬਿਹਤਰ ਇਹ ਹੁੰਦਾ ਕਿ 3 ਸਾਲ ਦੀ ਸਕਿੱਲ ਹੋਵੇ ਜੀ। ਅਗਰ 3 ਤੋਂ ਘੱਟ ਵੀ ਹੈਗੀ ਆ ਕਈ ਪ੍ਰੋਫੈਸ਼ਨ ਵਿੱਚ, तो वह भी एक्सैप्टेबल है। लेकिन इंप्लॉयर वास्ते ये तकना चाहिए
ਕਿ ਜਿਸ ਬੰਦੇ ਨੂੰ ਉਹ ਵਰਕ ਪਰਮਿਟ ਜਾਂ ਸਕਿੱਲ ਵਰਕਰ ਵੀਜ਼ਾ ਦੇ ਰਿਹਾ ਉਹਦੇ ਅੰਦਰ ਉਹ ਕਲਾ ਕਿਤਨੀ ਹੈ, ਉਹ ਸਕਿੱਲ ਕਿਤਨੀ ਹੈ। ਜ਼ਾਹਿਰ ਗੱਲ ਹੈ ਜਿੰਨਾ ਉਸ ਬੰਦੇ ਨੂੰ ਤਜਰਬਾ ਹੋਊਗਾ ਇੰਪਲੋਇਰ ਵਾਸਤੇ ਉਹ ਇਤਨੀ ਹੀ यानी कि वो अपना काम अच्छी तरह परफॉर्म करेगा। बिल्कुल नवा बंदा होएगा तो वो गलतियां भी ज़्यादा करूँगा, जरा एक्सपीरियंस बंदा होगा उससे एक्सपीरियंस ज़्यादा होगा तो काम ज़्यादा बेहतरी नाल निभाएगा। बिल्कुल साडे दर्शक जुड़ चुके ने, कॉल एक आई है, वो पहले कॉल ले लेने की सवाल है उन्होंने, उस बारे गलबात करते हैं जी। हैलो जी, सत श्री अकाल। सत श्री अकाल जी। जी वीर जी पुछो जी सवाल, तुसी की कहना चाहते हो जी? हाँ जी वकील साहब नाल असीं गल करना चाहते हैं जी। करो जी करो, सुन रहे जी वो। हाँ जी वकील साहब ये गल है भी मेरी ना डॉटर सी ते असीं इंडिया ब्याह करके आए थे जी जी। उन्हें 4 महीने लगातार काम किया वा ते फिर ना वो बीमार हो गई जिदा ते उहदे कोल दो महीने तो काम नहीं होया ते उहदे बारे दसो असीं की कर सकते हैं जी? बिल्कुल धन्यवाद जी, ਤੁਹਾਡਾ ਜਵਾਬ ਜਿਹੜਾ ਉਹ ਅਸੀਂ ਔਨ 에ਅਰ ਦੇ ਦਿੰਨੇ ਆ। ਤੁਸੀਂ ਧੰਨਵਾਦ, ਬਹੁਤ ਬਹੁਤ ਵਧੀਆ ਜਿਹੜਾ ਤੁਸੀਂ ਸਵਾਲ ਪੁੱਛਿਆ ਜੀ। ਵਕੀਲ ਸਾਹਿਬ ਕੀ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਅੱਛਾ ਜੀ, ਜੋ ਮੈਂ ਇਹਨਾਂ ਦਾ ਸਵਾਲ ਸਮਝਿਆ ਕਿ ਇਹਨਾਂ ਆਪਣੀ ਬੇਟੀ ਦਾ ਇੰਡੀਆ ਵਿਆਹ ਕੀਤਾ ਜੀ ਤੇ ਨੋਰਮਲੀ ਜਿਹੜਾ ਬ੍ਰਿਟਿਸ਼ ਬੰਦਾ ਇੱਥੇ ਦਾ ਹੁੰਦਾ ਜੀ ਆਪਣੇ ਦੇਸ਼ ਤੋਂ ਕਿਸੇ ਨੂੰ ਬਣਾਉਂਦੇ ਨੇ ਤੇ ਉਹਦੀ ਇਨਕਮ ਥ੍ਰੈਸ਼ਹੋਲਡ ਪੂਰੀ ਕਰਨੀ ਪੈਂਦੀ ਹੈ ਜੋ ਕਿ ਨੋਰਮਲੀ 18600 ਸਾਲ ਦੀ ਹੁੰਦੀ ਆ ਜੀ। ਹਾਂ, ਜਿਵੇਂ ਉਹਨਾਂ ਨੇ ਦੱਸਿਆ ਕਿ ਕੋਈ ਪ੍ਰੋਬਲਮ ਪੈ ਗਈ ਹਾਂ ਜੀ, ਕਿਸੇ ਬੇਟੀ ਨੇ 4 ਮਹੀਨੇ ਕੰਮ ਕੀਤਾ, 2 ਮਹੀਨੇ ਕੰਮ ਨਹੀਂ ਕੀਤਾ ਜੀ ਤੇ ਵਿਚ ਮੀਨਸ ਕਿ ਨੋਰਮਲੀ 6 ਮਹੀਨੇ ਦੀ ਪੇ ਸਲਿੱਪਾਂ ਚਾਹੀਦੀ ਹੁੰਦੀਆਂ। ਅਗਰ 2 ਮਹੀਨੇ ਦੀ ਪੇ ਸਲਿੱਪਾਂ ਨਹੀਂ ਆਈਆਂ, ਅਗਰ ਉਹਦਾ ਇੰਪਲੋਇਰ ਉਹਨੂੰ ਉਸ ਦੇ ਬਰਾਬਰ ਸਿਕ ਲੀਵ ਦੇ ਦੇਵੇ ਜੋ ਕਿ 1550 ਐਵਰੇਜ ਬਣਦੀ ਆ ਜੀ ਤੇ ਉਹ ਐਕਸੈਪਟੇਬਲ ਹੋ ਵੀ ਸਕਦਾ। ਬਿਲਕੁਲ ਇਹ ਉਸ ਦੇ ਇੰਪਲੋਇਰ ਤੱਕ ਆ ਕਿ ਉਹਦਾ ਕੰਟਰੈਕਟ ਜਿਹੜਾ ਸਾਲ ਦਾ ਉਸੇ ਕੀ ਲਿਖਿਆ ਪਿਆ ਕਿ ਉਹ ਬੰਦਾ ਅਗਰ 4 ਮਹੀਨੇ ਤੋਂ ਬਾਅਦ ਬਿਮਾਰ ਹੋਵੇ ਤੇ ਉਹਦੇ 1550 ਦੇ ਬਰਾਬਰ ਸੈਲਰੀ ਮਿਲਦੀ ਹੈ ਜਾਂ ਨਹੀਂ ਮਿਲਦੀ ਮੈਡੀਕਲ ਦੇ ਤੌਰ ਤੇ ਤੇ ਉਹ ਅਗਰ 1550 ਨਾਰਮਲੀ ਚਾਹੀਦੀ ਹੁੰਦੀ ਹੈ ਹਰ ਮਹੀਨੇ ਦੀ, 1550 ਅਗਰ ਮਿਲ ਜਾਂਦੀ ਆ ਤੇ ਉਹ ਹੋਮ ਆਫਿਸ ਦੇ ਕਾਇਦੇ ਦੇ ਮੁਤਾबिक एक्सेप्ट हो सकता होगा या सम टाइम हॉलीडे पे भी इतनी मिल जाती है वो भी एक्सेप्ट हो सकता तो इसका ये जवाब होगा जी। बिल्कुल बहुत वधिया गल तुसीं दसी, उन्होंने मेरे ख्याल च उन्होंने समझ सारी गल आ गई होएगी। अच्छा जिवें असीं गल कर रहे सी कि जिहड़ा स्किल वीज़ा, जिवें तुसीं गल कीती कि स्किल कि हर ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਕੰਮਾਂ ਦੇ ਵਿੱਚ ਵੱਖ-ਵੱਖ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ, ਕਿਸੇ 'ਚ 2 ਸਾਲ 2.5 ਸਾਲ 3 ਸਾਲ ਤੇ ਇਹ ਲਿਖਤੀ ਜਿਹੜੀ ਕਹਿ ਸਕਦੇ ਪ੍ਰੂਫ ਸਬੂਤ ਜਿਹੜੇ ਹੋਣੇ ਉਹਦੇ ਬਹੁਤ ਜ਼ਰੂਰੀ ਹੈ। ਬਿਲਕੁਲ ਇਹ ਚੰਗਾ ਸਵਾਲ ਆਖਾ ਕਿਉਂਕਿ ਸਾਡੇ ਦੇਸ਼ਾਂ ਦਾ ਇਹ ਬੜਾ ਪ੍ਰੋਬਲਮ ਆ ਕਿ ਉੱਥੇ ਝੂਠੇ ਮੂਠੇ ਕਾਗਜ਼ ਬਹੁਤ ਬਣਦੇ ਜਿਸ ਦੀ ਵਜ੍ਹਾ ਤੋਂ ਹੋਮ ਆਫਿਸ ਬੜਾ ਡਾਊਟਫੁਲ ਜਾਂ ਸਸਪੀਸ਼ੀਅਸ ਰਹਿੰਦਾ ਤੇ ਬਿਹਤਰ ਹੈ ਕਿ ਜਿਹੜੀ ਵੀ ਸਕਿੱਲ ਹੋਊ ਉਹ ਕਾਗਜ਼ਾਂ ਤੇ ਹੋਊ, ਸਰਟੀਫਿਕੇਟ ਹੋਊ ਜਾਂ ਜਿਸ ਇੰਪਲੋਇਰ ਕੋਲ ਕੰਮ ਕਰਦੇ ਹੋ ਉਹ ਇੱਕ ਆਪਣੇ ਲੈਟਰ ਹੈਡ ਪੇਪਰ ਤੇ ਲਿਖ ਕੇ ਦਊ, ਉਹਦੀ ਪੇ ਸਲਿੱਪਾਂ ਦਿਓ ਕਿ ਭਾਈ ਇਸ ਮੁੰਡੇ ਕੋਲ ਇੰਨੇ ਚਿਰ ਦੀ ਮੇਰੇ ਕੋਲ ਕੰਮ ਕੀਤਾ ਸਕਿੱਲ ਹੈਗੀ ਆ ਤੇ ਲੱਕੀਲੀ ਆਪਾਂ ਪੰਜਾਬ ਤੋਂ ਕਾਫੀ ਬੰਦੇ ਮੰਗਾਏ ਔਰ ਖੁਸ਼ੀ ਦੀ ਗੱਲ ਹੈ ਜਿੰਨੇ ਵੀ ਕੇਸਿਸ ਕੀਤੇ ਸਭ ਦੀ ਸਫਲਤਾ ਕਾਮਯਾਬੀ ਸਾਨੂੰ ਮਿਲੀ। ਚਲੋ ਬਹੁਤ ਵਧੀਆ ਗੱਲ ਹੈ ਜੀ। ਇੱਕ ਕਾਲ ਸਾਡੇ ਨਾਲ ਜੁੜ ਚੁੱਕੇ ਹੈ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਭਾਜੀ ਮੈਂ ਵਕੀਲ ਸਾਹਿਬ ਤੋਂ ਇਹ ਪੁੱਛਣਾਗਾ ਐਮਐਸਟੀ ਬਾਰੇ ਕੀ ਨਿਊਜ਼ ਹੈ? ਜੀ ਬਿਲਕੁਲ ਪੂਰਾ ਸਵਾਲ ਤੁਸੀਂ ਆਪਣਾ ਪੁੱਛ ਸਕਦੇ ਹੋ ਜੀ। ਚਲੋ ਮੈਂ ਕਿਹਾ ਸਵਾਲ ਇਹ ਆ ਮੈਂ ਐਮਐਸਟੀ ਬਾਰੇ ਕੀ ਮੈਂ ਦੱਸਦਾ ਬਾਜੀ ਤੁਸੀਂ ਬੜੇ ਥੈਂਕ ਯੂ, ਸਤਿ ਸ਼੍ਰੀ ਅਕਾਲ। ਪੁਰਾਣੇ ਜ਼ਖਮ ਛੇੜ ਦਿੱਤੇ। ਅਗਰ ਤੁਹਾਨੂੰ ਯਾਦ ਹੋਵੇ ਅਸੀਂ 2021 ਪਾਰਲੀਮੈਂਟ ਦੇ ਸਾਹਮਣੇ ਗਏ ਸਾਂ ਐਮਨੈਸਟੀ ਦੀ ਜਿਹੜੀ ਪਟੀਸ਼ਨ ਜਦੋਂ ਮਨਜ਼ੂਰ ਹੋਈ ਸੀ ਵੋਟਾਂ ਦੇ ਨਾਲ ਤੇ ਉਸ ਟਾਈਮ ਦੇ ਜਿਹੜੇ ਕਮੇਟੀ ਬੈਠੀ ਸੀ ਐਮਨੈਸਟੀ ਵਾਸਤੇ ਉਸ ਸਰਕਾਰ ਨੇ ਉਸ ਟਾਈਮ ਬੋਰਿਸ ਜੌਨਸਨ ਸਨ ਪ੍ਰਾਈਮ ਮਿਨਿਸਟਰ ਸਨ ਇਹ ਇੱਕ ਯਕੀਨ ਦਹਾਨੀ ਕਰਾਈ ਸੀ ਉਸ ਕਮੇਟੀ ਦੇ ਅੰਦਰ ਸਾਰੇ ਮਿਨਿਸਟਰਾਂ ਦੀ ਕਿ ਅਸੀਂ ਇਸ ਦੁਆਰੇ ਸੋਚਾਂਗੇ ਕਿ ਜਿਹੜੇ 1.5 ਮਿਲੀਅਨ ਬੰਦੇ ਅੱਗੇ ਯੂਕੇ ਦੇ ਅੰਦਰ ਬਿਨਾਂ ਕਾਗਜ਼ਾਂ ਤੋਂ ਪਹਿਲੇ ਉਹ ਡੰਕੀ ਲਾ ਕੇ ਆਏ, ਪਹਿਲੇ ਉਹ ਇੰਗਲਿਸ਼ ਚੈਨਲ ਕ੍ਰਾਸ ਕਰਕੇ ਆਏ, ਪਹਿਲੇ ਉਹ ਵੀਜ਼ਾ ਲੈ ਕੇ ਆਏ ਔਰ ਬਾਅਦ 'ਚੋਂ ਓਵਰਸਟੇ ਹੋ ਗਏ, ਇਹਨਾਂ ਲੋਕਾਂ ਦੇ ਮੁਤਲਕ ਸੋਚਾਂਗੇ। ਬਦਕਿਸਮਤੀ ਇਹ ਹੋਈ ਕਿ ਉਸ ਤੋਂ ਬਾਅਦ ਸਰਕਾਰਾਂ ਦੇ ਪ੍ਰਾਈਮ ਮਿਨਿਸਟਰ ਚੇਂਜ ਹੁੰਦੇ ਰਹੇ, ਗਵਰਨਮੈਂਟ ਉਹੀ ਸੀ ਲੇਕਿਨ ਪ੍ਰਾਈਮ ਮਿਨਿਸਟਰ ਚੇਂਜ ਹੁੰਦੇ ਰਹੇ, ਇਮੀਗ੍ਰੇਸ਼ਨ ਮਿਨਿਸਟਰ ਚੇਂਜ ਹੁੰਦੇ ਰਹੇ ਔਰ ਸਭ ਤੋਂ ਵੱਡਾ ਜਿਹੜਾ ਦੁੱਖ ਵਾਲੀ ਗੱਲ ਆ ਕਿ ਇੰਗਲਿਸ਼ ਚੈਨਲ ਤੋਂ ਜਿਹੜੇ ਗੈਰ ਕਾਨੂੰਨੀ ਤੌਰ ਤੇ ਬੰਦੇ ਆਉਂਦੇ ਉਹਨਾਂ ਦੀ ਤਾਦਾਦ ਵਿੱਚ ਦਿਨ ਬ ਦਿਨ ਜ਼ਿਆਦਾ ਇਜ਼ਾਫਾ ਹੁੰਦਾ ਰਿਹਾ। ਹੁਣ ਸੂਰਤ ਹਾਲ ਇਹ ਆ ਗਈ ਆ ਕਿ ਕੱਲ ਦੀ ਖਬਰ ਮੈਂ ਸੁਣਿਆ ਸਾਂ ਕਿ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਲਗਭਗ 480 ਮਿਲੀਅਨ ਪਾਉਂਡ ਅਸੀਂ ਫਰਾਂਸ ਸਰਕਾਰ ਨੂੰ ਦੇਵਾਂਗੇ ਕਿ ਜਿਹੜੀ ਇਲੀਗਲ ਕ੍ਰਾਸਿੰਗ ਹੋ ਰਹੀ ਹੈ ਇੰਗਲਿਸ਼ ਚੈਨਲ ਤੋਂ ਫਰਾਂਸ ਤੋਂ ਉਹ ਰੋਕੀ ਜਾਵੇ। ਜਦੋਂ ਇਸ ਤਰ੍ਹਾਂ ਦੀ ਇਲੀਗਲ ਕ੍ਰਾਸਿੰਗ ਜ਼ਿਆਦਾ ਹੁੰਦੀ ਆ ਤੇ ਜਿਹੜੀ ਯੂਕੇ ਦੀ ਗਵਰਨਮੈਂਟ ਆ ਜਾਂ ਹੋਮ ਆਫਿਸ ਆ ਉਹ ਐਮਨੈਸਟੀ ਦੇ ਮੁਤਲਕ ਬਿਲਕੁਲ ਨਹੀਂ ਸੋਚਦੀ
क्योंकि वो कहते हैं कि पहले लोग इतने ज़्यादा गैर कानूनी या डंकियां ला के आ रहे, तो जिस टाइम असी इस तहरीक नू इस पटीशन नू पार्लीमेंट विच मंजूर हुई सी, मैं सा दूजे भाई साहब वकील सन, तो असी उस टाइम यही आखा सी कि वन ऑफ एमनेस्टी दे के ਜਿਹੜੇ कच्चे लोग उन्होंने पक्का करो, लेकिन उस तो बाद ये नंबर इतना वधदा गया, सरकारां या साढ़े जे बंदे गल करते हुए डरते हैं कि ये एमनेस्टी अगर एक दफ़ा हो गई तो गैर कानूनी बंदे पूरे यूरोप के यूके के अंदर दोबारा वण आवेंगे। तो फिलहाल एमनेस्टी का दरवाज़ा या एमनेस्टी का जरा ब्राइट प्रॉस्पैक्ट्स नहीं नज़र आ रहे सानू, ठीक है। फिलहाल हुकूमत ये कह रही है कि जड़ा नवा मिनिस्टर आ वो ये कह रहा कि असी मजीद इन्फोर्समेंट टीम ला के गैर कानूनी या इलीगल बंदियां ते सख्ताई करांगे। तो फिलहाल एमनेस्टी का कोई ब्राइट फ्यूचर नज़र नहीं आ रहा, लेकिन जोड़े लोग ज़्यादा चिर तो रह रहे थे, 10 12 15 18 साल तो रह रहे, यही कहूँगा कि आर्टिकल 8 की बेस से या ह्यूमन राइट की बेस से वो अपनी एप्लीकेशना हाली भी ला सकते हैं, भले वो बीमारी होवे, भले लॉन्ग टर्म रेजिडेंस होवे। आप साढ़े तुसी दफ्तर तो तकिया होगा 20 साल ने बाले केस लाए और रब की मेहर सक्सैस भी बहुत मिली है, तो अगर तुसी उस द्वारे जा रहे हो तो उस सिमत एप्लीकेशन ला सकते हो। एमनेस्टी वास्ते फिलहाल कोई क्लीयर साइन नहीं है। जी बिल्कुल, बहुत वधिया, तुसी बड़े विस्तार दे विच जवाब जिहड़ा दिता, मेरे ख्याल नाल सारी समझ लग गई होएगी। एक कॉल साडे नाल होर जुड़ चुके जी। हेलो जी, सत श्री अकाल। हाँ जी, सत श्री अकाल जी। जी वीर जी, की कहना चाहुंदे, की सवाल है जी तुहाडा? हाँ जी, मैं वकील साहब तो सवाल पूछना चाहता सी, क्योंकि दोस्त है मेरे जी, ਉਹਨਾਂ ਦੇ ਘਰ ਬੱਚਾ ਹੋਇਆ ਤੇ ਉਹ ਦੋਸਤ ਦੇ ਕੋਲ ਉਹਨਾਂ ਦੇ ਕੋਲ ਹੈਗੀ ਆ ਈਯੂ ਸੈਟਲਮੈਂਟ ਤੇ ਇਟਾਲੀਅਨ ਨੈਸ਼ਨੈਲਿਟੀ ਆ ਜੀ, ਤੇ ਉਹ ਪੁੱਛਣਾ ਸੀ ਵੀ ਬੱਚੇ ਦੀ ਉਹ ਜਿਹਦਾ ਕਿਹੜਾ ਪਾਸਪੋਰਟ ਅਪਲਾਈ ਕਰਨ, ਉਹ ਬ੍ਰਿਟਿਸ਼ ਪਾਸਪੋਰਟ ਅਪਲਾਈ ਕਰ ਸਕਦੇ ਆ? अच्छा जी, थैंक यू भाजी, सत श्री अकाल। बड़ा सोहना सवाल पूछा कि ਜਿਹੜੇ ਤੁਸਾਂ ਦੇ ਦੋਸਤ ਹੈਗੇ ਉਹਨਾਂ ਕੋਲ ਸੈਟਲ ਸਟੇਟਸ ਹੈਗਾ ਜਾਂ ਪ੍ਰੀ ਸੈਟਲ ਸਟੇਟਸ ਹੈਗਾ? मेरे को कॉल करी। अच्छा चलो मैं जवाब दे देना। हाँ। अच्छा जेडे दोनों तरीके मैं दोनों तरीके दस देना। जेडे यूरोपीयन लोग यूके विच दिसंबर 2020 तो बाद आए, अगर उन्होंने प्री सैटल स्टेटस लिया या जिन्होंने 5 साल इतने पूरे हो गए, जिन्हें को सैटल स्टेटस या पक्की मोहर हैगी आ, अगर उन्होंने बच्चे यूके विच पैदा होंदे वो ब्रिटिश नागरिकता भी लै सकते, और अगर वो चाहन तो अपने जिस देश के यूरोपीयन अगे, इटली के स्पेन के अगे उसकी नैशनैलिटी भी लै सकते, तो ऑप्शन दोनों खुले अगे। लेकिन ज़्यादातर लोग ब्रिटिश नैशनैलिटी लेना पसंद करेंगे जोड़े यूरोप तो यूके भी सैटल होए अगे जी। तो एक कानून जरा जेडे यूरोपीयन वास्ते जिन्होंने को सैटल या प्री सैटल स्टेटस हैगा उन्होंने बच्चों वास्ते एक रिलैक्सेशन दी गई है। नहीं बिल्कुल, जिवें सवाल उन्होंने जिवें तुसीं मेरे मैं अपनी समझ के मुताबिक मैं पूछना चाहना, जिवें उन्होंने गल की कि उन्होंने को सिर्फ सैटलमेंट है जां प्री सैटलमेंट है, पर उन्होंने को पासपोर्ट ब्रिटिश नहीं हैगा, पर बच्चे दा डायरेक्टली बच्चा फिर भी ब्रिटिश हो सकता ले सकता है। बिल्कुल, कई ते इस ब्रैक्सिट तो बाद एक रिलैक्सेशन दी गई है यूरोपीयन नेशनल नूं जिन्हां को सैटल स्टेटस हैगा, ठीक है ना जी, बिल्कुल इन्होंने कहते ईयू सैटलमेंट स्कीम, उसके तहत जिन्हां को सैटल स्टेटस हैगा बेशक उन्होंने कोई ब्रिटिश पासपोर्ट ना होवे, जेडे बच्चे पैदा होवणगे उस डेट तो बाद, ठीक है, तो उन्होंने ब्रिटिश पासपोर्ट लेने वास्ते वो एलिजिबल लगे, हकदार है। ओके जी, बहुत वधिया गल है जी। अच्छा हुण असीं अपने मुद्दे ते आउने आ जी, जिहड़ा जो असीं गलबात छेड़ी सी ਉਹਦੇ बारे गलबात करांगे। जिवें गल कीती कि जिहड़ा स्किल वर्क वीज़ा, जिवें तुसीं दस्सिया कि हाँ जिहड़े वो कागजी कार्रवाई जिहड़ा प्रूफ सबूत जिन्होंने कहते हैं सर्टिफिकेट होना जिहड़ा वो लाजमी है, चाहे वो पे स्लिप के जरिए होए, चाहे वो सर्टिफिकेट जिहड़ा वो जिहड़ा एम्पलॉय है वो लिख के दवे या कुछ होर भी गल्लां बातां। अच्छा ये जिहड़ा स्किल वर्क वीज़ा है ये सिर्फ तो सिर्फ एशिया तो या यूरोप के देशों तो भी, जिवें कि बहुत सारे लोगों के जिहड़े रिश्तेदार होंदे या जानकार होंदे यूरोप दे विच सैटल ने, उन्हां वास्ते भी ये लागू हुंदा? सर स्किल वर्कर वीज़ा पूरे यूरोप तो या यूरोप तो बाहर दूजे देश एशिया, इंडिया, पाकिस्तान, बांग्लादेश, नेपाल, अफ्रीका, पूरी दुनिया से हुण ब्रैक्सिट तो बाद यूनाइटेड किंगडम जिसनूं असीं ब्रिटेन या इंग्लैंड कहीदा जी, ये पूरी दुनिया के जिहड़े बंदे थे आना चाहते सैटल होने वास्ते वर्क परमिट वास्ते उन्होंने वर्क परमिट लेना पऊगा। ये प्रोसीजर में सारे वास्ते सेम ही हैगा, क्योंकि हुण इंग्लैंड बरतानिया जिन्होंने कहीदा यूरोपीय यूनियन तो बाहर निकल गया, तो हुण रूल इन्हें सारे वास्ते सेम ही कर दिते गए जी। बिल्कुल, चाहे वो फ्रांस तो आ रहा होए, चाहे वो इंडिया तो आ रहा होए, फर्क सिर्फ ये जिहड़ा फ्रांस तो आऊगा या यूरोप तो आऊगा वो 6 महीने से एंट्री लै सकता, अगर उन्हें 6 महीने तो ज्यादा रहना या इत्थे दे काम कर काज करना तो उन्होंने भी ये
ਸਕਿੱਲ ਵਰਕਰ ਵੀਜ਼ਾ ਲੈਣਾ ਪਊਗਾ। ਠੀਕ ਹੈ। ਔਰ ਜਿਹੜਾ ਇੰਡੀਆ ਤੋਂ ਆ ਰਿਹਾ ਉਹਨੂੰ ਵੀ ਲੈਣਾ ਪਊਗਾ, ਉਹਨੂੰ ਤਾਂ ਲੈਣਾ ਹੀ ਪਊਗਾ, ਉਹਦੀ ਦੀ ਐਂਟਰੀ ਨਹੀਂ ਹੋਊਗੀ। ਲੇਕਿਨ ਜਿਹੜੇ ਯੂਰਪ ਚ ਆਣੇ ਉਹਨਾਂ ਵੀ ਲੈਣਾ ਪਊਗਾ। ਬਿਲਕੁਲ। ਅੱਛਾ, ਇਹਦੇ ਬਾਰੇ ਥੋੜੀ ਡਿਟੇਲ ਦੇ ਵਿੱਚ ਹੋਰ ਗੱਲਬਾਤ ਕਰਦੇ ਆ ਕਿ ਬਹੁਤ ਸਾਰਾ ਮਤਲਬ ਕੋਈ ਵੀ ਗੱਲਬਾਤ ਹੁੰਦੀ ਕਿਸੇ ਵੀ ਮੁੱਦੇ ਦੇ ਵਿੱਚ, ਕੋਈ ਵੀ ਕਾਨੂੰਨ ਨਿਕਲਦਾ, ਉਹਦੇ ਵਿੱਚ ਲੈ ਕੇ ਸਵਾਲ ਹਰ ਇੱਕ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਇਹਦੀ ਫੀਸ ਕਿ ਕਿੰਨਾ ਕੁ ਖਰਚਾ ਆਏਗਾ ਜੇਕਰ ਕੋਈ ਬੰਦਾ ਸੈਟਲ ਹੋਣਾ ਚਾਹੁੰਦਾ, ਯੂਕੇ ਦੇ ਵਿੱਚ ਆਉਣਾ ਚਾਹੁੰਦਾ, ਮੰਨ ਲਓ ਕਿਸੇ ਵੀ ਕੰਟਰੀ ਦੇ ਵਿੱਚੋਂ ਅਸੀਂ ਅਪਲਾਈ ਕਰਦੇ ਹਾਂ, ਜਾਂ ਜਿਵੇਂ ਇਹਦਾ ਕਿੰਨਾ ਪ੍ਰੋਸੀਜਰ ਹੁੰਦਾ, ਕਿੰਨੇ ਸਾਲ ਦਾ ਅਸੀਂ ਅਪਲਾਈ ਕਰ ਸਕਦੇ ਹਾਂ, ਉਹਦੇ ਬਾਰੇ ਵੀ ਜਾਣਕਾਰੀ ਥੋੜੀ ਜਿਹੀ ਦਿਓ। ਬਿਲਕੁਲ ਭਾਜੀ, ਮੈਂ ਤਾਂ ਐਕਸਪੈਕਟ ਕਰਦਾ ਕਿ ਅੱਜ ਕੋਈ ਬੰਦਾ ਸਵਾਲ ਕਰੂਗਾ ਔਰ ਇਹ ਪੁੱਛੂਗਾ ਕਿ ਜਿਹੜੇ ਸਕਿੱਲ ਵਰਕਰ ਵੀਜ਼ਾ ਜਿਹਨੂੰ ਵਰਕ ਪਰਮਿਟ ਕਹੀਦਾ, ਲੋਕੀ ਦੇ ਬੜੇ ਬੜੇ ਪੈਸੇ ਚਾਰਜ ਕਰਦੇ ਜੀ। ਆਮ ਸ਼ੋਰ ਕੋਈ ਨਾ ਕੋਈ ਜ਼ਰੂਰ ਸਵਾਲ ਪੁੱਛੂਗਾ। ਹਾਂ ਬਿਲਕੁਲ। ਖਾਸ ਕਰ ਜਿਹੜੇ ਸਟੂਡੈਂਟਸ ਆਏ ਦੂਜੇ ਬਾਹਰਲੀ ਦੇਸ਼ਾਂ ਤੋਂ, ਉਹ ਜਦੋਂ ਆਪਣੀ ਸਟੱਡੀ ਮੁਕੰਮਲ ਨਹੀਂ ਕਰ ਸਕਦੇ ਜੀ, ਉਹ ਸਵਿਚ ਕਰ ਦੇਣ ਸਟੂਡੈਂਟ ਵੀਜ਼ਾ ਤੋਂ ਵਰਕ ਪਰਮਿਟ ਤੇ, ਉਹਨਾਂ ਨੂੰ ਬੜੇ ਬੜੇ ਪੈਸੇ ਵੀ ਦੇਣੇ ਪੈਣੇ, ਦੇ ਹੈਵ ਟੂ ਪੇ। ਉਹ ਪੈਸੇ ਕਿਸ ਚੀਜ਼ ਦੇ ਹੁੰਦੇ, ਉਹ ਪ੍ਰੋਗਰਾਮ ਦੇ ਬਾਕੀ ਦੂਜੇ ਹਿੱਸੇ ਦੀ ਗੱਲ ਕਰਾਂਗੇ। ਇਸ ਤੋਂ ਪਹਿਲੇ ਇਹ ਵੀਜ਼ਾ ਕਿੰਨੇ ਚਿਰ ਦਾ ਹੁੰਦਾ ਉਹ ਮੈਂ ਦੱਸ ਦਿੰਦਾ। ਜਿਹੜਾ ਸਕਿੱਲ ਵਰਕਰ ਵੀਜ਼ਾ ਵਰਕ ਪਰਮਿਟ ਵੈਸੇ ਤੇ ਜੋ ਜ਼ਿਆਦਾਤਰ ਲੋਕੀ 3 ਸਾਲ ਦਾ ਲੈਂਦੇ, ਤੁਸੀਂ 5 ਸਾਲ ਦਾ ਵੀ ਡਾਇਰੈਕਟ ਲੈ ਸਕਦੇ ਹੋ ਔਰ ਤੁਸੀਂ 1 ਸਾਲ ਦਾ ਵੀ ਲੈ ਸਕਦੇ ਹੋ। ਇਨਫੈਕਟ ਇਹ ਇੰਪਲੋਇਰ ਦੀ ਮਰਜ਼ੀ ਆ, ਉਹ ਜਿਸ ਬੰਦੇ ਨੂੰ ਲੈਣਾ ਚਾਹੁੰਦਾ ਕਿੰਨੇ ਅਰਸੇ ਵਾਸਤੇ ਉਹਦੀ ਸਕਿੱਲ ਦੀ ਲੋੜ ਲੱਗੀ ਆ ਆਪਣੇ ਕੰਮ ਵਾਸਤੇ। ਲੇਕਿਨ ਓਬਵੀਅਸਲੀ ਜਦੋਂ ਇੰਪਲੋਇਰ ਕਿਸੇ ਬੰਦੇ ਨੂੰ ਲੈਂਦਾ ਉਹ ਨੋਰਮਲੀ 3 ਜਾਂ 5 ਸਾਲ ਦਾ ਜ਼ਿਆਦਾ ਪਪੂਲਰ ਰੂਟ ਹੈਗਾ। ਤੇ ਇਹਦੀ ਜਿਹੜੀ ਫੀਸ ਹੈ, ਜਿਹੜੀਆਂ ਜੌਬਾਂ ਹਕੂਮਤ ਦੀ ਸ਼ਾਰਟ ਆਕੂਪੇਸ਼ਨ ਲਿਸਟ ਤੇ ਹੈਗੀਆਂ ਉਹਨਾਂ ਦੀ ਫੀਸਾਂ ਤੇ ਬੜੀਆਂ ਘੱਟ ਹੈਗੀਆਂ। ਠੀਕ ਹੈ। ਔਰ ਜਿਹੜੀਆਂ ਜੌਬਾਂ ਨਾਰਮਲ ਲਿਸਟ ਤੇ ਹੈਗੀਆਂ, ਠੀਕ ਹੈ, ਜਿਸ ਤਰ੍ਹਾਂ ਲਾਇਰ ਦੀ ਜੌਬ ਹੈਗੀ ਆ। ਬਿਲਕੁਲ, ਮੈਂ ਉਹੀ ਕਹਿਣਾ ਚਾਹੁੰਦਾ, ਜੇਕਰ ਵਿਸਤਾਰ ਚ ਥੋੜਾ ਦੱਸਣਾ ਚਾਹੁੰਦੇ ਹੋ ਕੁਝ ਐਗਜ਼ਾਮਪਲ ਕਿਹੜੀ। ਹਾਂਜੀ, ਨਾਰਮਲ ਜਿਹੜੀ ਹੈਲਥ ਕੇਅਰ ਦੀਆਂ ਜੌਬਾਂ ਉਹਨਾਂ ਦੀ ਫੀਸਾਂ ਬੜੀਆਂ ਘੱਟ ਹੈਗੀਆਂ ਜੀ। ਠੀਕ ਹੈ। ਜਿਹੜੀਆਂ ਦੂਜੀਆਂ ਕੋਈ ਜੌਬਾਂ ਹੈਗੀਆਂ ਐਜੂਕੇਸ਼ਨ ਦੇ ਪ੍ਰੋਫੈਸ਼ਨ ਵਿੱਚ ਹੈਗੀਆਂ ਉਹਨਾਂ ਦੀ ਫੀਸਾਂ ਵੀ ਹੋਮ ਆਫਿਸ ਘੱਟ ਹੈਗੀਆਂ। ਤੇ ਜਿਹੜੀ ਨਾਰਮਲ ਜੌਬਾਂ ਹੈਗੀਆਂ, ਜਿਹੜੀ ਹੋਮ ਆਫਿਸ ਨੇ ਲਿਸਟ ਦਿੱਤੀ ਆ, ਜਿਸ ਚੀਜ਼ ਹਕੂਮਤ ਨੂੰ ਇੰਨੇ ਬੰਦੇ ਨਹੀਂ ਚਾਹੀਦੇ, ਠੀਕ ਹੈ, ਉਹਦੀ ਫੀਸਾਂ ਤੇ 2600-2700 ਪਾਉਂਡ 3 ਸਾਲ ਦੀਆਂ ਹੁੰਦੀਆਂ। ਇਹ ਮੈਂ 3 ਸਾਲ ਦੀ ਦੱਸ ਰਿਹਾ ਕਿਉਂਕਿ ਨਾਰਮਲੀ 1 ਸਾਲ ਦੀ NHS ਜਾਂ IHS ਦੀ ਫੀਸ ਹੁੰਦੀ ਹੈ 650 ਪਾਉਂਡ ਜੀ। ਬਿਲਕੁਲ। ਠੀਕ ਹੈ। ਔਰ ਉਸ ਨੂੰ ਮਲਟੀਪਲਾਈ ਕਰੋ ਜਿੰਨੇ ਸਾਲਾਂ ਦਾ ਵੀਜ਼ਾ ਚਾਹੀਦਾ, ਪਲੱਸ ਇਮੀਗ੍ਰੇਸ਼ਨ ਦੀ ਵੀ ਫੀਸ ਹੁੰਦੀ ਆ। ਠੀਕ ਹੈ। ਤੇ ਤਕਰੀਬਨ 3 ਸਾਲਾਂ ਦੀ ਲੈ ਦੇ ਕੇ 2700-2800 ਪਾਉਂਡ ਬਣ ਜਾਂਦੀ ਆ। ਠੀਕ ਹੈ। ਤੇ ਇਹ ਵੀਜ਼ਾ ਜਿਹੜਾ ਹੈਗਾ ਉਹ 1 ਸਾਲ ਤੋਂ ਲੈ ਕੇ 5 ਸਾਲ ਤੱਕ ਕਿਸੇ ਵੀ ਡਿਊਰੇਸ਼ਨ ਵਾਸਤੇ ਹੁੰਦਾ। ਨਾਰਮਲੀ ਲੋਕੀ 3 ਸਾਲ ਵਾਸਤੇ ਜਾਂਦੇ ਜਾਂ 5 ਸਾਲ ਵਾਸਤੇ ਜਾਂਦੇ ਜੀ। ਬਿਲਕੁਲ। ਇਹ ਡਿਪੈਂਡ ਹੈ ਜਿਹੜਾ ਜੋ ਸੱਦਣਾ ਚਾਹੁੰਦਾ ਉਹਦੇ ਉੱਪਰ, ਜਿਹੜਾ ਇੰਪਲੋਇਰ ਹੈ ਸੱਦਣਾ ਚਾਹੁੰਦਾ ਜਾਂ ਜਿਹੜਾ ਆਉਣਾ ਚਾਹੁੰਦਾ, ਜਾਂ ਜਿਹੜਾ ਆਉਣਾ ਚਾਹੁੰਦਾ ਉਹ ਕਿੰਨੇ ਅਰਸੇ ਦਾ ਕੰਟਰੈਕਟ ਕਰਦਾ ਇੰਪਲੋਇਰ ਦੇ ਨਾਲ। ਦੋਨਾਂ ਵਾਸਤੇ ਬਰਾਬਰ ਜੀ, ਦੋਨਾਂ ਵਾਸਤੇ ਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਕਿ ਮੈਂ ਕਿਸੇ ਨੂੰ ਬੁਲਾਉਣਾ ਚਾਹੁੰਦਾ ਇੰਡੀਆ ਤੋਂ, ਮੇਰੇ ਨਾਲ ਆ ਕੇ ਕੰਮ ਕਰੂ, ਮੈਂ ਉਹਦੀ ਸਕਿੱਲ ਕਿੰਨੇ ਚਿਰ ਵਾਸਤੇ ਕਿੰਨੀ ਜ਼ਰੂਰਤ ਹੈਗੀ ਆ, ਕਿੰਨੇ ਸਮੇਂ ਵਾਸਤੇ। ਤੇ ਨਾਰਮਲੀ ਜਿਹੜਾ ਇਹਨੇ ਦੋਨੋਂ ਸਾਰਾ ਕੁਝ ਛੱਡ ਕੇ ਆਉਂਦਾ, ਉਹਦੀ ਇਹੀ ਖਾਹਿਸ਼ ਹੈ ਕਿ ਮੈਂ ਜਾਂ 3 ਸਾਲ ਜਾਂ 5 ਸਾਲ ਸੇ ਆऊं, ਉਸ ਤੋਂ ਬਾਅਦ ਮੈਨੂੰ ਪੱਕੀ ਮੋਹਰ ਮਿਲ ਜਾਊ। ਠੀਕ ਹੈ, ਨਾਰਮਲੀ ਹੀ ਹੁੰਦਾ। ਲੇਕਿਨ ਅੱਜ ਕੱਲ ਜੋ ਦੇਖਾ ਗਿਆ, ਜੋ ਸਭ ਤੋਂ ਜ਼ਿਆਦਾ ਲੋਕੀ ਕਨਵਰਟ ਹੋ ਰਹੇ ਉਹ ਸਟੂਡੈਂਟ ਕਨਵਰਟ ਹੋ ਰਹੇ, ਕਿਉਂਕਿ ਆਪਣੇ ਦੇਸ਼ਾਂ ਤੋਂ ਸਟੂਡੈਂਟ ਵੀਜ਼ੇ ਤੇ ਆਉਣਾ ਆਸਾਨ ਹੈਗਾ। ਇੱਥੋਂ ਆਣੇ ਨਾਲ ਹੀ ਸਟੂਡੈਂਟ ਜਿਹੜੇ ਹੈਗੇ ਉਹ ਕਿਸੇ ਵੀ ਜਾਂ ਬਹੁਤ ਸਾਰੀ ਵਜ੍ਹਾ ਤੋਂ ਸਟੱਡੀ ਮੁਕੰਮਲ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਭਾਈ ਮੇਰਾ ਸਟੂਡੈਂਟ ਵੀਜ਼ਾ ਵਰਕ ਪਰਮਿਟ ਜਾਂ ਸਕਿੱਲ ਵਰਕਰ ਵੀਜ਼ਾ ਚੇਂਜ ਹੋ ਜਾਊ ਔਰ 5 ਸਾਲਾਂ ਬਾਅਦ ਮੈਂ ਇੱਥੇ ਮੇਰੇ ਪੈਰ ਪੱਕੇ ਹੋ ਜਾਵਣ। ਤੇ ਅੱਜ ਦੀ ਜਿਹੜੀ ਤਾਰੀਖ ਹੀ ਇਹੀ ਦੇਖਾ ਜਾ ਰਿਹਾ। ਬਿਲਕੁਲ, ਜਿਵੇਂ ਤੁਸੀਂ ਇਹ ਗੱਲ ਛੇੜੀ, ਵਿੱਚੋਂ ਹੀ ਗੱਲ ਨਿਕਲੀ ਹੈ ਕਿ ਜਿਹੜੇ ਸਟੂਡੈਂਟ ਆਉਂਦੇ ਕਿਸੇ ਵੀ ਕੰਟਰੀ ਤੋਂ ਆਉਣਗੇ ਇੱਥੇ ਪੜ੍ਹਨ ਵਾਸਤੇ, ਜਾਂ ਉਹ ਕਿਸੇ ਕਾਰਨ ਕਾਲਜ ਜਾਂਦੇ ਨਹੀਂ, ਜਾਂ ਉਹ ਜਾਣਾ ਨਹੀਂ ਚਾਹੁੰਦੇ, ਜਾਂ ਪ੍ਰੋਬਲਮਸ ਇਹ ਆਉਂਦੀਆਂ ਕਿ ਫੀਸਾਂ ਨਹੀਂ ਭਰ ਸਕਦੇ, ਕੁਝ ਵੀ ਉਹਨਾਂ ਦੇ ਜਿਹੜੀਆਂ ਪ੍ਰੋਬਲਮ ਹੋ ਸਕਦੀਆਂ, ਤੇ ਉਹ ਕਿੰਨੀ ਦੇਰ ਬਾਅਦ ਇਹ ਵੀਜ਼ਾ ਸਵਿਚ ਕਰਾ ਸਕਦੇ? ਭਾਜੀ ਬਹੁਤ ਹੀ ਜ਼ਬਰਦਸਤ ਕੁਐਸਚਨ ਪੁੱਛਾ। ਠੀਕ ਹੈ। ਆਈ ਥਿੰਕ ਜਿੰਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਇਹ ਸਵਾਲ ਰਹਿਣਾ ਕਿ ਸ਼ਾਇਦ 6 ਮਹੀਨੇ ਸਾਨੂੰ ਜਾਣਾ ਪੈਣਾ, ਕਿਉਂਕਿ 6 ਮਹੀਨੇ ਦੀ ਫੀਸ ਤੇ ਹਰ ਕੋਈ ਤਾਰ ਕੇ ਆਉਂਦਾ। ਹਾਂਜੀ। ਤੇ ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਔਰ ਇਹ ਜਿਹੜੇ ਸਟੂਡੈਂਟ ਸੁਣਨੇ ਵਾਲੇ ਨੇ ਉਹ ਬੜੇ ਧਿਆਨ ਨਾਲ ਸੁਣਨ ਇਹਦਾ ਜਵਾਬ। ਬ੍ਰੈਕਸਿਟ ਤੋਂ ਪਹਿਲੇ ਇਹ ਨਾਰਮਲੀ ਹੁੰਦਾ ਸੀ, ਜਿਹੜੇ ਸਟੂਡੈਂਟ ਆਉਂਦੇ ਸਨ ਉਹ ਨਾਰਮਲੀ ਹਕੂਮਤ ਇਹ ਕਹਿੰਦੀ ਸੀ ਹੋਮ ਆਫਿਸ ਤੁਸੀਂ ਸਟੱਡੀ ਕੰਪਲੀਟ ਕਰੋ ਤੇ ਫਿਰ ਤੁਸੀਂ ਵਰਕ ਪਰਮਿਟ ਸਵਿਚ ਕਰ ਸਕਦੇ ਹੋ ਜੀ। ਲੇਕਿਨ ਬ੍ਰੈਕਸਿਟ ਤੋਂ ਬਾਅਦ ਹਕੂਮਤ ਨੇ ਇਹ ਰੂਲ, ਇਹ ਕਾਇਦਾ ਬੜਾ ਆਸਾਨ ਕਰ ਦਿੱਤਾ। ਹੁਣ ਅਗਰ ਕੱਲ ਦੀ ਡੇਟ ਸਟੂਡੈਂਟ ਆਊ ਇੰਡੀਆ ਤੋਂ, ਠੀਕ ਆ, ਮਾਰਚ ਦੇ ਮਹੀਨੇ 'ਚ ਆਊ ਔਰ ਅਪ੍ਰੈਲ ਵਿੱਚ ਕਹੇ ਕਿ ਮੈਂ ਆਪਣਾ ਸਟੂਡੈਂਟ ਵੀਜ਼ਾ ਬਿਨਾ ਐਜੂਕੇਸ਼ਨ ਕੰਪਲੀਟ ਕੀਤੇ ਬਗੈਰ
ਚੇਂਜ ਕਰਵਾਉਣਾ ਵਰਕ ਪਰਮਿਟ ਵਿੱਚ ਕਾਇਦੇ ਦੇ ਮੁਤਾਬਿਕ ਇਮੀਗ੍ਰੇਸ਼ਨ ਰੂਲ ਦੇ ਮੁਤਾਬਿਕ ਉਹ ਚੇਂਜ ਕਰਵਾ ਸਕਦਾ ਹੈਗਾ ਦੇ ਕੈਨ ਸਵਿਚ ਕਰ ਸਕਦੇ ਨੇ ਸਵਿਚਿੰਗ ਪੋਸੀਬਲ ਹੈਗੀ ਆ ਅਸੀਂ ਐਜ਼ ਅ ਸਲਿਸਟਰ ਜਾਂ ਲਾਇਰ ਵਕੀਲ ਅਸੀਂ ਐਡਵਾਈਜ਼ ਨਹੀਂ ਕਰਦੇ ਤੁਸੀਂ ਮਹੀਨੇ ਪਹਿਲੇ ਆਪਣੇ ਦੇਸ਼ ਤੋਂ ਇਹ ਕਹਿ ਕੇ ਆਉਂਦੇ ਹੋ ਕਿ ਮੈਂ ਇੱਥੇ ਐਜੂਕੇਸ਼ਨ ਲੈਣੀ ਇੱਥੇ ਦੀ ਡਿਗਰੀ ਲੈਣੀ ਤੇ ਆਣੇ ਨਾਲ ਹੀ ਤੁਸੀਂ ਸਵਿਚ ਕਰਦੇ ਹੋ ਠੀਕ ਆ ਕਰਨੇ ਤੇ ਇਮੀਗ੍ਰੇਸ਼ਨ ਰੂਲ ਦੀ ਕੋਈ ਪ੍ਰੋਹਿਬਿਸ਼ਨ ਕੋਈ ਰੁਕਾਵਟ ਨਹੀਂ ਹੈਗੀ ਠੀਕ ਆ ਕਰ ਸਕਦੇ ਨੇ और देखने में भी यही आया क्योंकि स्टूडेंट के वीजे कन्वर्ट हो रहे 2-2 3-3 महीने बाद स्विच करा रहे 6-6 महीने बाद स्विच करवा रहे जी ठीक है उन्होंने स्विच हो रहे देखम देखी जो पिछों लोग आ रहे स्टूडेंट वो कह रहे हैं कि इन्हें स्विच करवा लिया 2-3 महीने बाद तो मैं भी बिना यूनिवर्सिटी की फीस दे मैं भी स्विच करवा लवा बिल्कुल ठीक है तो ये चंगी प्रैक्टिस नहीं हैगी इन सर्टन वे कि होम ऑफिस कहूगी कि तुसी स्टूडेंट ਦਾ ਜਿਹੜਾ ਰੂਟ ਆ ਉਹਨੂੰ ਅਬਿਊਜ਼ ਕਰ ਰਹੇ ਹੋ ਬਿਲਕੁਲ ਜੋ ਕਮਿਟਮੈਂਟ ਕਰਕੇ ਅਸੀਂ ਚੁਣੇ ਸੀ ਉਥੋਂ ਐਟ ਲੀਸਟ ਤੁਸੀਂ ਜਿਸ ਪਰਪਸ ਦਾ ਵੀਜ਼ਾ ਲਿਆ ਉਹ ਅਸੀਂ ਉਸ ਤੋਂ ਬਾਅਦ ਐਟ ਲੀਸਟ ਅਸੀਂ ਐਜ਼ ਅ ਸੋਲਿਸਿਟਰ ਐਜ਼ ਅ ਰਿਸਪੌਂਸਿਬਲ ਸੋਲਿਸਿਟਰ ਇਹ ਵਕੀਲ ਇਹ ਕਹਿੰਦੇ ਆ ਕਿ ਐਟ ਲੀਸਟ 6-8 ਮਹੀਨੇ ਦੀ ਸਟੱਡੀ ਮੁਕੰਮਲ ਕਰੋ ਤਾਂ ਕਿ हुकूमत ਨੂੰ ਵੀ ਪਤਾ ਲੱਗੂ ਹੋਮ ਆਫਿਸ ਨੂੰ ਪਤਾ ਲੱਗੂ ਕਿ ਮੁੰਡੇ ਨੇ ਕੋਈ ਸਕਿੱਲ ਜਾਂ ਕੋਈ ਕੁਆਲੀਫਿਕੇਸ਼ਨ ਗੇਨ ਕੀਤੀ ਠੀਕ ਆ ਜਾਂ ਤੁਸੀਂ ਅਗਰ ਪਾਸ ਨਾ ਕਰ ਸਕੋ ਠੀਕ ਆ ਫਿਰ ਤੁਸੀਂ ਸਵਿਚ ਕਰੋ होना तो ये चाहिए लेकिन जेडे आजकल असी देख रहे हैं हर स्टूडेंट यही ख्वाहिश है कि मैं जी यूनिवर्सिटी की फीस देनी वही मैं किसी बंदे नूं पैसे दे के अपना वीज़ा स्विच कर लवां वर्क परमिट के अंदर तो ये आजकल की जी देखने सुनने यही कुछ नज़र आ रहा बिल्कुल चलो इसे गल नूं थोड़ा डिस्कस कर लेने क्योंकि जिवें तुसीं गल कीती कि हर बंदा ये सोचता कि मैं यूनीवर्सिटी की फीस ना देवां तो मैं वीज़ा स्विच करवा लवां पर ये किते ना किते नुकसान स्टूडेंट्स का है कि नहीं है क्योंकि जेकर तुसीं वधिया कोर्स लेंदे हो वधिया कोर्स कंप्लीट करके वधिया जॉब लेंदे हो तो वो ज़्यादा बेस्ट नहीं होएगा भाजी बहुत ज़बरदस्त सवाल किया जी मैं इनू मजीद गहराई भी तुहां नाल डिस्कस करना चाहता जी बिल्कुल जेडे अपने एशियन इंपलायर अगे मैं बड़ी खुल के गल करूंगा जी बिल्कुल वो अपने बंदे नूं ते अपने काम ते रख लऊगा जिस को स्पॉन्सर लाइसेंस हैगा हाँ जी बिल्कुल बिल्कुल जेड़ा इत्थे दा गोरा इंपलॉयर हैगा ब्रिटिश इंपलॉयर हैगा इंग्लिश इंपलॉयर हैगा जी ब्रिटिश अपने बंदे भी अगे बाले जी जेड़े इत्थे दे इंग्लिश इंपलॉयर हो गए वो ये प्रेफर कर देन कि जरा मुंडा स्टूडेंट आया वो स्टूडेंट की डिग्री उसको लै लई फिर करो उन्हां दी पहली प्रेफरेंस ही होंदी क्योंकि मेरे को पिछे एक दो आए स्टूडेंट हाँ जी ਜਿਹੜੇ ਹੋਟਲ ਵਿੱਚ ਕੰਮ ਕਰਦੇ ਸਨ ਵੱਡੇ ਵੱਡੇ ਹੋਟਲ ਸਨ ਤੇ ਉਹ ਕਹਿੰਦੇ ਨੇ ਕਿ ਸਾਡੇ EMPLOYER ਇਹ ਕਹਿੰਦੇ ਨੇ ਕਿ ਤੁਸੀਂ ਆਪਣੀ ਡਿਗਰੀ ਮੁਕੰਮਲ ਕਰੋ ਫਿਰ ਅਸੀਂ ਤੁਹਾਨੂੰ ਵਰਕ ਪਰਮਿਟ ਦੀ ਆਫਰ ਦਵਾਂਗੇ ਤੇ ਜਿਹੜੇ ਆਪਣੇ ਏਸ਼ੀਅਨ ਬ੍ਰਿਟਿਸ਼ EMPLOYER ਅੱਗੇ ਉਹਨਾਂ ਨੂੰ ਚੂੰਕਿ ਆਪਣੇ ਬੰਦਿਆਂ ਦੀ ਜ਼ਿਆਦਾ ਲੋੜ ਹੁੰਦੀ ਆ ਠੀਕ ਆ ਉਹ ਪ੍ਰੇਫਰ ਕਰਦੇ ਸਾਡੇ ਕੋਲ ਆਪਣੇ ਜਿਹੜੇ ਕੁੜੀਆਂ ਮੁੰਡੇ ਸਾਡੇ ਨਾਲ ਜੁੜ ਜਾਵਣ ਤੇ ਉਹ ਸਮ ਟਾਈਮ ਇਸ ਚੀਜ਼ ਨੂੰ ਨਹੀਂ ਦੇਖਦੇ ਅਗਰ ਸ਼ੈਫ ਹੈਗਾ वो कहते हैं कि ठीक है जी तुहां क्वालिफिकेशन ही चाहिए तुहां स्किल चाहिए अगर तुसीं हांडी रोटी चंगी सोहनी कर लैंदे हो तो असीं तुहानूं दे देवांगे ठीक है अगर हैल्थ केयर ते कोई असूल ही नहीं है ना हैल्थ केयर ते बंदे चाहिए अगे जी तुसीं अगर सालम दे भी अप्लाई कर दो साल बाद उस विच तुसीं हैल्थ केयर के अंदर काम कर सकते हो क्योंकि जिहड़ी अगेन मैं फिर कहंदा वां जिहड़ियां जॉबां शॉर्ट ऑक्यूपेशन लिस्ट हैगियां शॉर्ट ऑक्यूपेशन लिस्ट दा मतलब सरकार नूं उन्होंने डिपार्टमेंट इंडस्ट्रीयल बंदे चाहिए जी जिस सीजनल वर्कर भी अगे जिस हैल्थ केयर के अगे मैं कई गौड़ाई एजुकेशन के अगे वेल्डर अगे ठीक है तो उथे तो हुकूमत कहती कि बंदे किसी तरीके पूरे करन गिनती पूरी होवे उस होम ऑफिस इतना सख्ती का मुजाहरा नहीं करती ठीक है तो सवाल का गल ये मुकदी आ कि स्टूडेंट किसी टाइम चेंज करवा सकता और अगर बिना तालीम तो डिग्री मुकम्मल किए बगैर स्विच करना चाहो अगेन इमिग्रेशन रूल ब्रैक्सिट तो बाद बड़ी नरमी का मुजाहरा कर कि तुम स्विच कर सकते हो लेकिन चंगी प्रैक्टिस ही आ चंगी वड्डियां सोहणियां जॉबां करनियां तो डिग्री मुकम्मल करो उस तो बाद तुसी या स्किल वर्कर वीज़ा जिहड़ा वर्क परमिट उसी जाओ या डिग्री मुकम्मल होवे दूजा फायदा है कि तुसी 2 साल का ओपन वर्क परमिट भी होंदा जिन्हों आपां पोस्ट ग्रेजुएट वीज़ा या PSW कहीदा उस भी तुसी जा सकते हो बिल्कुल ठीक है इसका प्रॉपर रूट ये हैगा जी लेकिन साढ़े लोगों सबर नहीं है हर बंदा जो आता चाहता कि मैं आने नाल ही मेरे पैर पक्के हो जावन या आने नाल ही मैं पौंडा दी बोरियां भर के अपने पिछे भेजा जो कर्जे चुके तो इस वास्ते इस जल्दी विच इस खींचातानी विच
ਸਟੂਡੈਂਟ ਕਹਿੰਦਾ ਕਿ ਜਿੱਥੇ ਪੈਸੇ ਦੇਣੇ ਪਵਨ ਦੇ ਕੇ ਜਲਦੀ ਨਾਲ ਮੈਂ ਸਵਿਚ ਕਰਾ ਲਵਾਂ, ਜਾਂ ਸਟੂਡੈਂਟ ਇਹ ਵੀ ਬੜਾ ਅੱਜ ਕੱਲ੍ਹ ਗੱਲ ਕਰਦਾ ਕਿ ਹੋਮ ਆਫਿਸ ਰੂਲ ਨਾ ਬੰਦ ਕਰ ਲਵੇ, ਕਿਉਂਕਿ ਇੰਗਲੈਂਡ ਦੀ, ਬਰਤਾਨੀਆ ਦੀ, ਬ੍ਰਿਟਨ ਦੀ ਇਮੀਗ੍ਰੇਸ਼ਨ ਦਾ ਇੱਕ ਇਹ ਬੜਾ ਟ੍ਰੈਜੇਡੀ ਕਹਿ ਲਓ ਤੁਸੀਂ, ਇੱਥੇ ਰੂਲ ਦਿਨਾਂ ਵਿੱਚ ਚੇਂਜ ਹੋ ਜਾਂਦੇ। ਇੱਥੇ ਅੱਜ 1 ਮਹੀਨੇ ਕੁਝ ਹੋਰ ਰੂਲ ਆ, 2 ਮਹੀਨੇ ਕੁਝ ਹੋਰ ਰੂਲ ਹੋ ਜਾਊਗਾ। ਬਿਲਕੁਲ ਇੱਥੇ ਬਿਊਰੋਕ੍ਰੈਟਿਕ ਇਮੀਗ੍ਰੇਸ਼ਨ ਜ਼ਿਆਦਾ ਚੱਲਦੀ ਆ। ਇੱਥੇ ਇਹ ਬੜੀ ਸਿਆਸਤ ਔਰ ਇਮੀਗ੍ਰੇਸ਼ਨ ਦੀ ਬੜੀ ਇੱਕ ਡਾਇਰੈਕਟ ਲਿੰਕ ਹੈਗਾ, ਕਿਉਂਕਿ ਕੰਟਰੀ ਛੋਟਾ ਹੈਗਾ, ਆਬਾਦੀ ਜ਼ਿਆਦਾ ਹੋ ਰਹੀ ਆ, ਹਰ ਬੰਦਾ ਇੱਥੇ ਆਉਣਾ ਚਾਹੁੰਦਾ। ਇਹ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਦੀ ਤਰ੍ਹਾਂ ਵੱਡਾ ਦੇਸ਼ ਨਹੀਂ ਹੈਗਾ, ਠੀਕ ਆ। ਇੱਥੇ ਇਹ ਬਹੁਤ ਪ੍ਰੋਬਲਮ ਹੈ, ਹਰ 3 4 5 ਮਹੀਨੇ ਬਾਅਦ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਨਵੀਂ ਤਾਰਾ ਆ ਜਾਂਦੀ ਹੈ, ਜਿਹਦੀ ਵਜ੍ਹਾ ਤੋਂ ਸਟੂਡੈਂਟ ਬੜਾ ਡਰ ਕੇ ਰਹਿੰਦਾ। ਵੈਸੇ ਜੇ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ 1 ਸਾਲ ਦੇ ਵਿੱਚ 3 ਵਾਰੀ ਤੇ ਸਰਕਾਰ ਬਦਲ ਗਈ, ਉਹਦੇ ਚੱਲਦਿਆਂ ਕਾਨੂੰਨ ਜਿਹੜੇ ਉਹ ਚੇਂਜ ਹੋਣੇ ਲਾਜ਼ਮੀ ਗੱਲ ਹੈ। ਬਿਲਕੁਲ, ਇਹ ਤੁਸੀਂ ਬਿਲਕੁਲ ਪੀਟੀ ਪਟੇਲ ਤੋਂ ਲੈ ਕੇ ਸੁਵਿਧਾ ਬ੍ਰਿਵਮਨ ਤੋਂ ਲੈ ਕੇ ਹੋਰ ਪਤਾ ਨਹੀਂ ਕਈ ਇਮੀਗ੍ਰੇਸ਼ਨ ਦੇ ਹੋਮ ਸੈਕਟਰੀ ਚੇਂਜ ਹੋਏ ਜੀ, ਸਾਰਾ ਕੁਝ ਜਿਸ ਦੀ ਵਜ੍ਹਾ ਤੋਂ ਹਰ ਜਿਹੜਾ ਇਲਾਕੇ ਦਾ ਨਵਾਂ ਥਾਣੇਦਾਰ ਆਂਦਾ ਉਹ ਆਪਣੇ ਨਵੇਂ ਰੂਲ, ਆਪਣੀ ਨਵੀਂ ਇੱਕ ਕਿਸਮ ਦੀ ਰੋਹ ਪਾਣੇ ਵਾਸਤੇ ਕੋਈ ਨਾ ਕੋਈ ਲੈ ਕੇ ਆਂਦਾ ਤਾਂ ਕਿ ਮੇਰੀ ਪਰਫਾਰਮੈਂਸ ਕਾਗਜ਼ਾਂ ਵਿੱਚ ਚੰਗੀ ਰਵੇ। ਤੇ ਇਹ ਇੱਕ ਬੜਾ ਹੁਣ ਜਿਸ ਤਰ੍ਹਾਂ ਦੀ ਅੱਜ ਦੀ ਜਿਹੜੀ ਹੈਗੀ ਹੋਮ ਸੈਕਟਰੀ, ਇਸ ਦੇ ਮਨ 'ਚ ਇਹ ਸੀ ਕਿ ਮੈਂ ਸਟੂਡੈਂਟ 'ਤੇ ਸਖਤੀ ਕਰਾਂਗੀ ਕਾਫੀ, ਕਿਉਂਕਿ ਸਟੂਡੈਂਟ ਖਾਸ ਕਰ ਜਿਨ੍ਹਾਂ ਨੇ 1-2 ਦੇਸ਼ਾਂ ਦੇ ਨਾਂ ਵੀ ਲਏ ਕਿ ਇੱਥੋਂ ਜਿਹੜੇ ਸਟੂਡੈਂਟ ਦੇ ਵੀਜ਼ੇ 'ਤੇ ਆਪਣੀ ਫੈਮਿਲੀ ਮਾਈਗ੍ਰੇਸ਼ਨ ਪੂਰੇ ਪਰਿਵਾਰ ਲੈ ਕੇ ਆ ਰਹੇ, ਜਿਸ ਦੇ ਕਾਰਨ ਇਹ ਵੀ ਖਬਰ ਆਈ ਸੀ ਕਿ ਪੋਸਟ ਸਟੱਡੀ ਵਰਕ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਜਿਹੜੇ ਸਟੂਡੈਂਟ ਨਾਲ ਉਹਦਾ ਪਰਿਵਾਰ ਆਂਦਾ, ਜਿਹੜੇ ਗ੍ਰੈਜੂਏਟ ਲੈਵਲ ਦੇ ਉੱਤੇ ਜਿਹੜੇ ਕੋਰਸ ਹੁੰਦੇ ਉਹ ਬੰਦ ਕਰਨਗੇ। ਅੱਜ ਤੱਕ ਤੇ ਹੋਇਆ ਤੇ ਨਹੀਂ, ਲੇਕਿਨ ਡਰਾਇਆ ਉਹਨਾਂ ਵਾਹ ਬਹੁਤ ਡਰਾਇਆ ਹੈਗਾ, ਬਹੁਤ ਉਹਨਾਂ ਅਖਬਾਰਾਂ ਪ੍ਰੈਸ ਕਾਨਫਰੰਸ ਦੇ ਥਰੂ ਆਖਾ ਕਿ ਇਹ ਅਸੀਂ ਅਬਿਊਜ਼ ਬੰਦ ਕਰਾਂਗੇ। ਤੇ ਇਸ ਵਾਸਤੇ ਸਟੂਡੈਂਟ ਕਾਫੀ ਡਰ ਵੀ ਗਿਆ ਸੀ। ਤੇ ਕਹਿਣ ਦਾ ਮਤਲਬ ਕਿ ਯੂਕੇ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਬੜੀ ਫ੍ਰੀਕੁਐਂਟਲੀ ਚੇਂਜ ਹੁੰਦੀ ਕੰਪੇਅਰ ਟੂ ਅਦਰ ਵੈਸਟਰਨ ਕੰਟਰੀਜ਼, ਆਸਟ੍ਰੇਲੀਆ, ਕੈਨੇਡਾ ਜਾਂ ਅਮਰੀਕਾ ਦੇ ਲਿਹਾਜ਼ ਨਾਲ। ਬਿਲਕੁਲ, ਜਿਹੜਾ ਤੁਸੀਂ ਗੱਲ ਕਲੀਅਰ ਕਰ ਦਿੱਤੀ, ਮੇਰੇ ਮਨ ਦੇ ਵਿੱਚ ਇਹ ਸਵਾਲ ਸੀਗਾ ਕਿ ਇਹ ਗੱਲ ਵੀ ਕੀਤੀ ਜਾਵੇ ਕਿ ਜਿਵੇਂ ਹਵਾ ਚੱਲੀ ਸੀ ਕਹਿ ਸਕਦੇ ਆ, ਜਾਂ ਸਰਕਾਰਾਂ ਚੇਂਜ ਹੁੰਦੀਆਂ, ਕੋਈ ਕਾਨੂੰਨ ਚੇਂਜ ਹੁੰਦੇ ਨੇ, ਤੇ ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਜਿਹੜਾ ਡਿਪੈਂਡੈਂਟ ਜਾਂ ਸਪਾਊਸ ਜਿਹੜਾ ਹੁੰਦਾ ਨਾਲ, ਚਾਹੇ ਉਹ ਲੇਡੀ ਦੇ ਨਾਲ ਜੈਂਟਸ ਆਵੇ ਜਾਂ ਜੈਂਟਸ ਨਾਲ ਲੇਡੀ ਆਵੇ, ਤੇ ਉਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੰਦ ਕੀਤਾ ਜਾਵੇਗਾ। ਲੇਕਿਨ ਅੱਜ ਦੀ ਡੇਟ 'ਚ ਹੋਇਆ ਨਹੀਂ ਹੈ, ਅੱਗੇ ਮੈਂ ਵੀ ਹੋ ਜਾਊ ਉਹਦਾ ਕੋਈ ਕਹਿ ਨਹੀਂ ਸਕਦੇ, ਠੀਕ ਹੈ। ਇਹ ਹਵਾ ਜ਼ਰੂਰ ਚੱਲੀ ਸੀ ਨਿਊਜ਼ ਦੇ ਵਿੱਚ ਜਾਂ ਪ੍ਰੈਸ ਕਾਨਫਰੰਸ ਵਿੱਚ ਆਇਆ ਜ਼ਰੂਰ ਹੈ। ਤੇ ਦੂਜੀ ਅਗਰ ਆਪਾਂ ਪੰਜਾਬ ਦੀ, ਕਿਉਂਕਿ ਅਸੀਂ ਇੱਕ ਪੰਜਾਬੀ ਪਲੇਟਫਾਰਮ ਤੇ ਹੈਗੇ, ਬ੍ਰਿਟਿਸ਼ ਪੰਜਾਬੀ ਪਲੇਟਫਾਰਮ ਤੇ ਹੈਗੇ, ਸਾਡੇ ਪੰਜਾਬ ਵਿੱਚ ਕੁੜੀਆਂ ਜ਼ਿਆਦਾ ਪੜ੍ਹਦੀਆਂ, ਮੁੰਡੇ ਘੱਟ ਪੜ੍ਹਦੇ। ਤੇ ਅਗਰ ਮੁੰਡੇ ਨੇ ਬਾਹਰ ਆਉਣਾ ਦੋਨਾਂ ਚੜ੍ਹਦੇ ਲੈਂਦੇ ਪੰਜਾਬ 'ਚ ਦੋਨਾਂ ਪਾਸੇ, ਸਹੀ ਕਹਿ ਰਹੇ ਹੋ। ਹਾਂਜੀ, ਤੇ ਮੁੰਡੇ ਜਿਹੜੇ ਹੁੰਦੇ ਉਹ ਉਹਨਾਂ ਦੇ ਮਨ 'ਚ ਡਰ ਪੈ ਗਿਆ ਕਿ ਇਹ ਨਾ ਹੋਵੇ ਕਿ ਡਿਪੈਂਡੈਂਟ ਨੂੰ ਬੰਦ ਕਰ ਦੇਣ ਵੀਜ਼ਾ, ਸਾਡਾ ਜਿਹੜਾ ਬਾਹਰ ਜਾਣੇ ਦਾ ਵਸੀਲਾ ਉਹ ਹੀ ਬੰਦ ਹੋ ਜਾਊ। ਤੇ ਕਾਫੀ ਪਿੱਛੇ ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਡਿਪੈਂਡੈਂਟ ਦਾ ਵੀਜ਼ਾ ਬੰਦ ਕਰ ਦੇਣਾ ਜਾਂ ਇਹ ਕਾਨੂੰਨ ਚੇਂਜ ਹੋ ਜਾਣਾ, ਪਰ ਇਹਦੇ ਨਾਲ ਇਹ ਵੀ ਨਹੀਂ ਹੋ ਸਕਦਾ ਜਦੋਂ ਅਸੀਂ ਵਰਕ ਪਰਮਿਟ ਦੇ ਉੱਪਰ ਸਵਿਚ ਕਰ ਦਿੰਦੇ ਆ, ਉਦੋਂ ਤੇ ਡਿਪੈਂਡੈਂਟ ਨੂੰ ਬੁਲਾ ਸਕਦੇ। ਹਾਂਜੀ ਭਾਜੀ, ਤੁਸੀਂ ਵੀ ਵਕੀਲ ਹੋਣਾ ਚਾਹੀਦਾ। ਨਹੀਂ ਵੇਖੋ ਜੀ, ਤੁਹਾਡੇ ਨਾਲ ਬਹਿ ਕੇ ਸਾਰੀਆਂ ਵਧੀਆ ਗੱਲਾਂ ਤਾਂ ਸਾਨੂੰ ਵੀ ਆ ਗਈਆਂ। ਬਿਲਕੁਲ, ਅੱਛਾ ਸਵਾਲ ਹੈ। ਬਿਲਕੁਲ, ਕਿਉਂਕਿ ਇਹ ਵੀ ਚੀਜ਼ ਦਿਮਾਗ ਦੇ ਵਿੱਚ ਘੁੰਮਦੀ ਹੈ ਕਿ ਜਿੰਨੀ ਦੇਰ ਤੁਸੀਂ ਐਜ਼ ਅ ਸਟੂਡੈਂਟ ਹੋ ਉਨੀ ਦੇਰ ਨਹੀਂ ਬੁਲਾ ਸਕਦੇ, ਪਰ ਜਦੋਂ ਤੁਹਾਡੇ ਕੋਲ ਵਰਕ ਪਰਮਿਟ ਆ ਜਾਂਦਾ ਫਿਰ ਤਾਂ ਤੁਸੀਂ ਆਪਣੀ ਫੈਮਿਲੀ ਆਪਣੇ, ਜਦੋਂ ਤੁਸੀਂ ਕੋਲ ਸਕਿੱਲ ਵਰਕਰ ਵੀਜ਼ਾ ਜਿਹੜਾ 3 ਜਾਂ 5 ਸਾਲਾਂ ਦਾ ਵਰਕ ਪਰਮਿਟ ਹੈ ਉਸ ਤੇ ਬੁਲਾ ਸਕਦੇ ਹੋ। ਜਿਹੜਾ ਪੋਸਟ ਸਟੱਡੀ ਵਰਕ ਵਾਲਾ ਓਪਨ ਵਰਕ ਪਰਮਿਟ ਹੈ ਉਸ ਤੇ ਨਹੀਂ ਬੁਲਾ ਸਕਦੇ ਅਗਰ ਤੁਸੀਂ ਨਵੇਂ ਸਿਰੇ ਤੋਂ ਬੁਲਾਉਣਾ ਚਾਹੋ। ਜਿਹੜੇ ਸਟੂਡੈਂਟ ਹੈਗੇ ਜਿਨ੍ਹਾਂ ਦੀ ਗ੍ਰੈਜੂਏਟ ਤੋਂ ਉੱਤੇ ਲੈਵਲ ਦਾ ਕੋਰਸ ਹੈ ਉਹ ਬੁਲਾ ਸਕਦੇ, ਜਿਨ੍ਹਾਂ ਦਾ ਲੈਵਲ 6 ਤੋਂ ਘੱਟ ਦਾ ਕੋਰਸ ਹੈਗਾ ਉਹ ਵੀ ਨਹੀਂ ਬੁਲਾ ਸਕਦੇ। ਤੇ ਇਹ 3-4 ਕੈਟੇਗਰੀਜ਼ ਹੈਗੀਆਂ। ਸ਼ਾਇਦ ਮੈਂ ਤੇਜ਼ੀ ਨਾਲ ਕਹਿ ਦਿੱਤਾ, ਲੇਕਿਨ ਨਹੀਂ ਸਮਝ ਆਇਆ ਤੇ ਫਿਰ ਮੈਂ ਦੁਬਾਰਾ ਕਹਿ ਦੇਣਾ। ਜਾਂ ਵੈਸੇ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਕਨਫਿਊਜ਼ਨ ਹੋਏਗੀ ਤੇ ਫੋਨ ਕਰਕੇ ਵੀ ਉਹ ਪੁੱਛ ਸਕਦੇ, ਸਵਾਲ ਜ਼ਰੂਰ ਪੁੱਛ ਸਕਦੇ। ਬਿਲਕੁਲ, ਪਰ ਵੈਸੇ ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਹੋ ਡਿਟੇਲ ਦੇ ਵਿੱਚ ਸਮਝਾਉਣਾ ਚਾਹੋ। ਤੇ ਇਹ ਜਿਹੜਾ ਵਰਕ ਪਰਮਿਟ ਦੀ ਅੱਖ ਮਚੋਰੀ ਚੱਲ ਰਹੀ ਹੈ ਇੰਪਲੋਇਰਾਂ ਦੇ ਜਾਂ ਸਟੂਡੈਂਟ ਦੇ ਦਰਮਿਆਨ, ਉਸ ਦੀ ਕੁਝ ਹਕੀਕਤ ਆਪਾਂ ਨੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਕੀ ਕਰ ਰਹੇ ਹਾਂ ਇਸ ਦੁਆਰੇ, ਅਸੀਂ ਵੀ ਇਸ ਕਮਿਊਨਿਟੀ ਦਾ ਹਿੱਸਾ ਹੈਗੇ, ਅਸੀਂ ਵੀ ਵਕੀਲ ਹੈਗੇ, ਅਸੀਂ ਵੀ ਵਰਤਾਂਦੇ ਹਾਂ ਵਰਕ ਪਰਮਿਟ ਬਹੁਤ ਜ਼ਿਆਦਾ। ਅਸੀਂ ਕੀ ਕਰ ਰਹੇ ਹਾਂ ਕਿ ਸਟੂਡੈਂਟ ਦੀ ਸਕਿੱਲ ਨੂੰ ਡਿਵੈਲਪ ਕਰ ਰਹੇ ਹਾਂ ਜੀ, ਆਪਣੀ ਰਿਸਰਚ ਅਕੈਡਮੀ ਜਾਂ ਕਾਲਜ ਦੇ ਥਰੂ 3, 4, 8, 9 ਮਹੀਨੇ ਉਹਦੀ ਸਕਿੱਲ ਬਣਾ ਕੇ ਫਿਰ ਉਹਨੂੰ ਸਵਿਚ ਕਰਾਈਦਾ, ਤਾਂ ਕਿ ਜਦੋਂ ਉਹ ਬੰਦਾ ਜਿਹੜਾ 6-8 ਮਹੀਨੇ ਬਾਅਦ ਸਾਡੇ ਇੰਪਲੋਇਰ ਨਾਲ ਕੰਮ ਕਰੂਗਾ ਜਾਂ ਜਿਸ ਵੀ ਇੰਪਲੋਇਰ ਨਾਲ ਕੰਮ ਕਰੂਗਾ ਉਹਨੂੰ ਵੀ ਦਿੱਕਤ ਨਾ ਹੋਵੇ ਇੰਪਲੋਇਰ ਨੂੰ, ਔਰ ਜਿਹਨੇ ਕੰਮ ਕਰਕੇ ਇੰਪਲੋਇਰ ਕੋਲ ਪੈਸੇ ਲੈਣੇ ਉਹਨੂੰ ਵੀ ਦਿੱਕਤ ਨਾ ਹੋਵੇ। ਔਰ ਇਨ ਦਾ ਲੌਂਗ ਟਰਮ
ਹੋਮ ਆਫਿਸ ਨੂੰ ਵੀ ਕੋਈ ਸ਼ੱਕ ਜਾਂ ਸ਼ੁਬਾ ਨਾ ਰਹੂ ਕਿ ਇਹ ਜੈਨੂਇਨ ਵਰਕ ਪਰਮਿਟ ਵਾਲਾ ਬੰਦਾ ਨਹੀਂ ਹੈਗਾ, ਠੀਕ ਆ। ਕਿਉਂਕਿ ਅੱਜ ਦੀ ਡੇਟ ਅਸੀਂ ਇਹ ਤੇ ਦੇਖ ਰਹੇ ਹਾਂ ਦਰ ਵਰਕ ਪਰਮਿਟ ਮਿਲ ਰਹੇ, ਲੋਕੀ ਪੈਸੇ ਦੇ ਦਵਾ ਕੇ ਵਰਕ ਪਰਮਿਟ ਲੈ ਰਹੇ, ਲੇਕਿਨ ਆਉਣੇ ਵਾਲੇ ਦਿਨਾਂ 'ਚ ਜਦੋਂ ਹੋਮ ਆਫਿਸ ਕ੍ਰੈਕਡਾਊਨ ਸਟਾਰਟ ਕਰੂਗਾ, ਜੋ ਕਿ ਉਹ ਕਰੇਗਾ ਜ਼ਰੂਰ, ਕਿਉਂਕਿ ਯੂਕੇ ਦੀ ਇਮੀਗ੍ਰੇਸ਼ਨ ਹਿਸਟਰੀ ਇਹੀ ਕਹਿੰਦੀ ਆ ਕਿ 1 ਸਾਲ ਛੂਟ ਦਿੰਦੇ, ਅਗਲੇ ਸਾਲ ਸਖਤਾਈ ਕਰਦੇ, ਫਿਰ ਅਗਲੇ ਸਾਲ ਛੂਟ ਦਿੰਦੇ, ਫਿਰ ਅਗਲੇ ਸਾਲ ਸਖਤਾਈ ਕਰਦੇ। ਕਿਉਂਕਿ ਐਜ਼ ਅ ਇਮੀਗ੍ਰੇਸ਼ਨ ਸੋਲਿਸਿਟਰ ਆਪਾਂ ਇੰਨੇ ਚਿਰ ਤੋਂ ਕੰਮ ਕਰ ਰਹੇ ਹਾਂ, ਆਪਾਂ ਨੇ ਪੈਟਰਨ ਇਹ ਜੋ ਹੀ ਦੇਖਿਆ ਜੀ ਕਿ ਇੱਕ ਦੌਰ ਸੀ ਜਦੋਂ ਤੁਹਾਨੂੰ ਯਾਦ ਹੋ 2009 'ਚ ਛੋਟੇ ਗਲੀ ਮਹੱਲੇ ਕਾਲਜ ਖੋਲ੍ਹੇ ਸਨ, ਬਾਹਰਲੇ ਸਟੂਡੈਂਟ ਜਿਨ੍ਹਾਂ ਨੇ ਕਦੀ ਆਪਣੇ ਯੂਨੀਵਰਸਿਟੀ ਕਾਲਜ ਜਾਂ ਸਕੂਲ ਨਹੀਂ ਗਏ, ਉਹ ਇੱਥੇ MBA ਕਰਨੇ ਆ ਰਹੇ ਸਨ, ਕਿਉਂਕਿ ਹਕੂਮਤ ਨੇ ਛੂਟ ਦਿੱਤੀ ਸੀ ਔਰ ਬਹੁਤ ਸਾਰੇ ਸਟੂਡੈਂਟ ਚੱਕੇ ਸਨ। ਫਿਰ ਐਸਾ ਦੌਰ ਵੀ ਆਇਆ, ਉਹ ਸਾਰੇ ਛੋਟੇ ਮੋਟੇ ਗਲੀ ਮਹੱਲੇ ਦੇ ਕਾਲਜ ਬੰਦ ਹੋ ਗਏ, ਠੀਕ ਹੈ। ਫਿਰ ਹੁਣ ਅੱਜ ਦੀ ਡੇਟ ਵਿੱਚ ਜ਼ਿਆਦਾਤਰ ਯੂਨੀਵਰਸਿਟੀਆਂ ਜਾਂ ਜਿਹੜੇ ਸਰਕਾਰੀ ਕਾਲਜ ਅੱਗੇ ਉਹ ਹੀ ਬੁਲਾ ਸਕਦੇ, ਬਿਲਕੁਲ, ਠੀਕ ਹੈ। ਮੇਰੇ ਖਿਆਲ ਕਾਲਰ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕੀ ਸਵਾਲ ਉਹ ਕਹਿਣਾ ਚਾਹੁੰਦੇ ਨੇ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਅੱਗੇ ਫੋਨ ਕੱਟ ਹੋ ਗਿਆ ਸੀ, ਅਸਲ ਵਿੱਚ ਮੈਂ ਪਹਿਲਾਂ ਪੁੱਛਿਆ ਸੀ ਨਾ, ਜਿੱਦਾਂ ਮੇਰੇ ਦੋਸਤ ਦੇ ਉਹ ਬੇਟਾ ਹੋਇਆ ਸੀ, ਉਸਦੇ ਨੈਸ਼ਨੈਲਿਟੀ ਬਾਰੇ ਪੁੱਛਿਆ ਸੀਗਾ ਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਮੈਂ ਇਹ ਪੁੱਛਣਾ ਚਾਹੁੰਦਾ ਵੀ ਉਹ ਆਟੋਮੈਟਿਕਲੀ ਬ੍ਰਿਟਿਸ਼ ਸਿਟੀਜ਼ਨ ਹੈ, ਜਸਟ ਪਾਸਪੋਰਟ ਹੀ ਅਪਲਾਈ ਕਰਨਾ ਪੈਣਾ ਉਹਦੇ ਲਈ? ਹਾਂਜੀ, ਉਹ ਆਟੋਮੈਟਿਕਲੀ ਬ੍ਰਿਟਿਸ਼ ਸਿਟੀਜ਼ਨ ਹੀ ਤਸਵਰ ਹੋਏਗਾ, ਤੁਸੀਂ ਪਾਸਪੋਰਟ ਅਪਲਾਈ ਕਰ ਸਕਦੇ ਹੋ ਉਸ ਵਾਸਤੇ। ਹਾਂਜੀ, ਅੱਛਾ, ਹੋਰ ਕੁਝ ਨਹੀਂ ਕਰਨਾ ਪੈਣਾ ਜੀ। ਠੀਕ ਹੈ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ। ਸੋ ਗੱਲ ਜਿਹੜੀ ਅਸੀਂ ਕਰਦੇ ਪਏ ਸੀ ਕਿ ਜਿਵੇਂ ਸਕਿੱਲ ਵੀਜ਼ੇ ਦੀ, ਉਸ ਤੋਂ ਬਾਅਦ ਅੱਗੇ ਤੋਂ ਅੱਗੇ ਜਿੱਦਾਂ ਸਟੂਡੈਂਟ ਦੀ ਗੱਲ ਚੱਲੀ ਸਾਡੀ, ਤੇ ਇਹਦੇ ਵਿੱਚ ਇੱਕ ਚੀਜ਼ ਤੁਸੀਂ ਗੱਲ ਨਾਮ ਲਿਆ ਸਪਾਂਸਰ ਲਾਇਸੈਂਸ। ਹਾਂਜੀ, ਤੇ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਕਿ ਉਹ ਕੌਣ ਬੰਦਾ ਜਿਹੜਾ ਉਹ ਅਪਲਾਈ ਕਰ ਸਕਦਾ ਜਾਂ ਕਿਹਦੇ ਕੋਲ ਹੋ ਸਕਦਾ ਤੇ ਉਹ ਅੱਗੋਂ ਕਿਸੇ ਨੂੰ ਜਿਹੜਾ ਸਪਾਂਸਰਸ਼ਿਪ ਦੇਗਾ। ਜੀ ਬਿਲਕੁਲ, ਇਹ ਸਪਾਂਸਰ ਲਾਇਸੈਂਸ ਜੀ ਅੱਜ ਆਪਣਾ PBC ਚੈਨਲ ਦੇ ਥਰੂ ਜੀ ਸਕਾਈ 775 ਦੇ ਥਰੂ ਆਪਣੀ ਕਮਿਊਨਿਟੀ ਨੂੰ, ਕਿਉਂਕਿ ਕਮਿਊਨਿਟੀ ਚੈਨਲ ਆ, ਬਿਲਕੁਲ ਆਪਣੇ 100 ਰੋਡ ਤੇ ਸਟਾਰਟ ਹੋਈ ਹੈ, ਜਿੱਥੇ ਜਿੱਥੇ ਆਪਣੇ ਬ੍ਰਿਟਿਸ਼ ਏਸ਼ੀਅਨ ਬਿਜ਼ਨਸਿਸ ਅੱਗੇ, ਠੀਕ ਆ, ਉਹਨੂੰ ਇੱਕ ਬੜਾ ਵਾਜ਼ਿਆ, ਬੜਾ ਖੁੱਲਾ ਔਰ ਉਹਨੂੰ ਇੱਕ ਬੜਾ ਮੁਨਾਫਾ ਬਖਸ਼ ਪ੍ਰੋਫਿਟੇਬਲ ਆਈਡੀਆ ਦਿੰਦੇ ਆ ਕਿ ਅਗਰ ਤੁਹਾਡੇ ਕੋਲ UK ਦਾ ਬਿਜ਼ਨਸ ਹੈਗਾ ਔਰ ਤੁਸੀਂ ਓਬਵੀਅਸਲੀ ਪੱਕੇ ਵੀ ਹੈਗੇ, ਠੀਕ ਆ, ਅਗਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਬੰਦੇ ਤੁਸੀਂ ਦੇ ਬਿਜ਼ਨਸ 'ਚ ਚਾਹੀਦੇ ਜਿਹਨਾਂ ਕੋਲ ਜੈਨੂਇਨ ਸਕਿੱਲ ਹੈਗੀ ਆ, ਤੇ ਤੁਸੀਂ ਸਪਾਂਸਰ ਲਾਇਸੈਂਸ ਅਪਲਾਈ ਕਰੋ। ਇਸ ਲਾਇਸੈਂਸ ਦੇ ਅਪਲਾਈ ਕਰਨੇ ਦੇ ਬੜੇ ਫਾਇਦੇ ਹੈਗੇ, ਠੀਕ ਆ। ਜਿਹੜਾ ਬੰਦਾ ਤੁਸੀਂ ਰੱਖੋਗੇ, ਠੀਕ ਹੈ, ਉਹਨੇ 5-6 ਸਾਲ ਘੱਟੋ ਘੱਟ 5 ਸਾਲ ਦੇ ਕਿਧਰੇ ਨਹੀਂ ਜਾਊਗਾ ਅਨਲੈਸ ਕਿ ਕੋਈ ਹੋਰ ਉਹਨੂੰ ਜੌਬ ਮਿਲ ਜਾਊ ਸਪਾਂਸਰ ਵਾਲੀ। ਸਪਾਂਸਰ ਲਾਇਸੈਂਸ ਅਪਲਾਈ ਕਰਨ ਦੀ ਫੀਸ ਬੜੀ ਥੋੜੀ ਜਿਹੀ ਹੈਗੀ ਆ, 5 ਤੋਂ 36 ਪਾਉਂਡ ਹੋਮ ਆਫਿਸ ਦੀ ਫੀਸ ਹੈਗੀ ਆ। 10 ਦਿਨਾਂ ਤੋਂ ਲੈ ਕੇ 2 ਮਹੀਨੇ ਦੇ ਅੰਦਰ ਲਾਇਸੈਂਸ ਆ ਜਾਂਦਾ। ਅਗਰ 500 ਫਾਲਤੂ ਦੋਗੇ ਔਰ ਬਾਏ ਬੈਲਟ ਤੁਸਾਂ ਦਾ ਨਾਂ ਆ ਜਾਂਦਾ ਤੇ ਤੁਸਾਂ ਦਾ ਲਾਇਸੈਂਸ 10 ਦਿਨਾਂ ਵਿੱਚ ਵੀ ਆ ਸਕਦਾ। ਤੇ ਜਿਹੜੇ ਬ੍ਰਿਟਿਸ਼ ਬਿਜ਼ਨਸਿਸ ਅੱਗੇ ਉਹ ਜਿਹੜਾ ਬਿਜ਼ਨਸ ਚਲਾ ਰਹੇ ਉਸੇ 4-5 ਡਾਕੂਮੈਂਟ ਚਾਹੀਦੇ ਹੁੰਦੇ, ਠੀਕ ਆ, ਕਿਉਂਕਿ ਆਪਾਂ ਨੇ ਕੰਸਟਰਕਸ਼ਨ ਦੇ ਲੈ ਕੇ ਕਿਚਨ ਫਿਟਰ ਤੋਂ ਲੈ ਕੇ ਸ਼ੈਫ ਦੇ ਬਿਜ਼ਨਸ ਤੋਂ ਲੈ ਕੇ ਆਨਲਾਈਨ ਬਿਜ਼ਨਸ ਤੋਂ ਲੈ ਕੇ ਲੌਰੀ ਲੌਜਿਸਟਿਕ ਦੇ ਬਿਜ਼ਨਸ ਤੋਂ ਲੈ ਕੇ ਡਿਲੀਵਰੀਆਂ ਦੇ ਬਿਜ਼ਨਸ ਤੋਂ ਲੈ ਕੇ ਅਕਾਊਂਟਸ ਫਾਈਨਾਂਸ ਦੇ ਬਿਜ਼ਨਸ ਤੋਂ ਲੈ ਕੇ ਕੰਸਟਰਕਸ਼ਨ ਦੇ ਭਲੇ ਅੰਦਰ ਦੀ ਹੋਵੇ ਬਾਹਰ ਦੀ ਹੋਵੇ ਉੱਥੇ ਤੋਂ ਲੈ ਕੇ ਸਾਰਿਆਂ ਦੇ ਲਾਇਸੈਂਸ ਵਰਤਾਏ ਡੀਲ ਕੀਤੇ। तो सानू अपने बिजनेस होने का सबूत चाहिए जोड़े नॉर्मली थोड़े अकाउंट्स होंगे, ठीक है, और मजीद बिजनेस 18 महीने पुराना होना चाहिए तो वधिया गल आ। 18 महीने तो अगर घट भी है वो भी कर सकता अप्लाई, लेकिन गुड प्रैक्टिस यही हैगी आ कि बिजनेस घट्टो घट 18 महीने पुराना हो, उसके अकाउंट्स होवन, बिजनेस की इंश्योरेंस हो घट्टो घट 5 मिलियन पाउंड की इंप्लॉयर लाइबिलिटी इंश्योरेंस हो, बिजनेस की बैंक स्टेटमेंट हो, जो बिजनेस 1 साल तो ज़्यादा काम कर रहा होगा उसका कॉरपोरेशन टैक्स CT 603 कहीदा उसकी रिटर्न होवनगियां, ठीक है। अगर तुहाडे कोल बंदे पे रोल ते काम करते उसका इंप्लॉय रेफरेंस नंबर होगा, तो ये सर घट्टो घट 4-5 चीज़ां तुहानूं चाहिदियां। अगर ये तुहाडे कोल 4-5 चीज़ां हैगियां, ठीक है, जिसकी लीज भी हैगी आ, ठीक है, या अगर तुसीं फूड का बिजनेस हो लोकल अथॉरिटी का लैटर भी होगा, पर घट्टो घट 4-5 चीज़ां चाहिदियां। अगर ये चीज़ां हैगियां तुसीं खुद जाओ, खुद भी अप्लाई कर सकते हो, नहीं समझ लगती सानू कंटैक्ट करके आप तुहाडा स्पॉन्सर लाइसेंस अप्लाई कर सकते हैं। अगेन स्पॉन्सर लाइसेंस के फायदे भी है, जोड़ा बंदा तुसीं रखोगे वो 5 साल वास्ते एटलीस्ट किधर जाऊगा नहीं, तुहां वास्ते काम करूगा,
तुहां दे बिजनेस के अंदर जी। एक स्टेबिलिटी लैके आऊगा। सारी गल जिहड़ा बंदा जिस बिजनेस वाले बंदे इंप्लॉय चेंज होंदे वो बिजनेस भी कमज़ोर हो जाता। बिल्कुल तो बिल्कुल जिहड़ा बंदा 5 साल काम करूगा, क्योंकि जिहड़ा बंदा 5 साल काम करूगा 5 साल बाद बंदा पक्का होगा। बिल्कुल तो जिहड़ा इंप्लॉयर 5 साल तक एक बंदे नूं नाल काम करता रहेगा उन्होंने उस ते एक इतमाद पैदा हो जाएगा। बिल्कुल ठीक है। तो अगर तुसी ठीक तरीके नाल बंदा रखिया, वर्क परमिट दिता, तो तुहां दे बिजनेस वास्ते भी प्रॉफिट होगा जी। और बंदे दे भी पैर पक्के हो जावणगे। ਜੀ ਬਿਲਕੁਲ। ਜਿਵੇਂ ਤੁਸੀਂ ਵਿੱਚ ਗੱਲ ਕੀਤੀ, ਇੱਕ ਛੋਟੀ ਜੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਸਾਡੇ ਦਰਸ਼ਕ ਵੀ ਇਸ ਚੀਜ਼ ਨਾਲ ਸਹਿਮਤ ਹੋਣਗੇ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ 5 ਸਾਲ ਲਈ ਉਹ EMPLOYE ਜਿਹੜਾ ਉਸੇ ਜਗ੍ਹਾ ਕੰਮ ਕਰੇਗਾ ਕਿ ਬਸ਼ਰਤੀਆ ਕਿ ਉਹਨੂੰ ਕਿਤੇ ਹੋਰ ਜਗ੍ਹਾ ਤੋਂ ਸਪਾਂਸਰ ਨਾ ਮਿਲ ਜਾਵੇ। ਇਹ ਗੱਲ ਤੁਸੀਂ ਕੀਤੀ ਵਿੱਚ, ਤੇ ਇਹਦੇ ਬਾਰੇ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਜਿਵੇਂ ਇਹ ਗੱਲ ਹੋਈ ਕਿਸੇ ਇਨਸੀਡੈਂਸ ਦੇ ਕਾਰਨ ਇਦਾਂ ਹੋ ਜਾਂਦਾ ਕਿ ਕੋਈ EMPLOYE ਛੱਡ ਜਾਂਦਾ ਤਾਂ ਦੂਸਰੀ ਜਗ੍ਹਾ ਤੋਂ ਉਹਨੂੰ ਸਪਾਂਸਰਸ਼ਿਪ ਮਿਲ ਜਾਂਦੀ, ਤੇ ਉਹਦਾ ਦੁਬਾਰਾ ਤੋਂ ਪ੍ਰੋਸੀਜਰ ਫਿਰ 5 ਸਾਲ ਦਾ ਸ਼ੁਰੂ ਹੋਏਗਾ ਜਾਂ ਉਹ ਵਿੱਚ ਜਿਹੜਾ ਕਾਊਂਟ ਹੋ ਜਾਏਗਾ? ਇਹ ਚੰਗੀ ਗੱਲ ਆ ਜੀ। ਜਿਹੜਾ ਬੰਦਾ ਇੱਕ ਇੰਪਲਾਈ ਨੂੰ ਛੱਡ ਕੇ ਕਿਉਂਕਿ ਵਿਦੇਸ਼ ਇੰਪਲਾਈ ਕੋਲ ਕਈ ਵਾਰ ਜਾਂਦਾ, ਇਸ ਤਰ੍ਹਾਂ ਹੋ ਜਾਂਦਾ ਕਿ ਕੋਈ ਕਿਸੇ ਮਤਲਬ ਕਾਰਨ ਜਿਹੜੀ ਅਣਬਣ ਹੋ ਜਾਂਦੀ, ਬਿਲਕੁਲ ਹੁੰਦੀ ਹੈ, ਇਹ ਹੁੰਦਾ ਹੈ। ਕਿਉਂਕਿ ਹਾਂਜੀ। ਇਹ ਇਨਸਾਨੀ ਫਿਤਰਤ ਹੈ। ਕਿਉਂਕਿ ਬਿਲਕੁਲ। ਬੜੀ ਵਾਰ ਇਸ ਤਰ੍ਹਾਂ ਹੁੰਦਾ ਕਿ ਕਿਸੇ ਜਾਂ EMPLOYE ਦੀ ਗੱਲ ਸਾਨੂੰ ਚੰਗੀ ਨਹੀਂ ਲੱਗੀ, ਜਾਂ ਉਹਦਾ ਕੰਮ ਨਹੀਂ ਪਸੰਦ ਆਇਆ, ਜਾਂ ਕਿਸੇ ਕਾਰਨ ਕਰਕੇ ਤਨਖਾਹ ਘਟਿਆ, 100 ਗੱਲਾਂ ਬਾਤਾਂ ਵਿੱਚ ਆ ਜਾਂਦੀਆਂ। ਜੀ। ਤੇ ਉਹ ਜਿਹੜਾ ਬੰਦਾ ਨਵਾਂ ਇੰਪਲਾਈ ਢੂੰਡੂਗਾ ਤੇ ਉਹਦੇ ਜੀ। 5 ਸਾਲ ਦੀ ਜਿਹੜੀ ਘੜੀ ਹੈ ਦੁਬਾਰਾ ਸਟਾਰਟ ਹੋਊਗੀ। ਓਕੇ। ਉਹ ਫਿਰ 5 ਸਾਲ ਦੁਬਾਰਾ ਪੂਰੇ ਕਰੂਗਾ ਨਵੇਂ ਇੰਪਲਾਈ ਦੇ ਨਾਲ, ਫਿਰ ਜਾ ਕੇ ਉਹਨੂੰ ਇਨਡੈਫੀਨਿਟ ਲੀਵ ਟੂ ਰਿਮੇਨ ਜਿਹਨੂੰ PR ਕਹੀਦਾ ਉਹ ਮਿਲੂਗੀ। ਪਰ ਇਹਦੇ ਨਾਲ ਕਿਸੇ ਕਾਰਨ ਜਾਂ ਇਸ ਕਾਰਨਾਂ ਕਰਕੇ ਕੋਈ ਉਹਦੇ ਪੱਕੇ ਹੋਣ ਦੇ ਵਿੱਚ ਰੁਕਾਵਟ ਤਾਂ ਨਹੀਂ ਬਣੇਗੀ? ਰੁਕਾਵਟ ਇੱਕ ਹੀ ਹੈ ਕਿ ਉਹਨੂੰ ਟਾਈਮ ਦੁਬਾਰਾ ਤੋਂ ਤੇ ਉਹਦਾ ਟਾਈਮ ਜਿਹੜਾ start ਪੀਰੀਅਡ ਲੰਬਾ ਹੋ ਹੋਊਗਾ। ਜਾਏਗਾ। ਜੀ, ਹੋਰ ਕੋਈ ਰੁਕਾਵਟ ਨਹੀਂ ਹੈ। ਅਗਰ ਇੱਕ ਬੰਦਾ ਇੱਕ ਇੰਪਲਾਇਰ ਕੋਲ ਛੱਡਦਾ ਤਾਂ ਨੋਰਮਲੀ ਉਹਨੂੰ 60 ਡੇਜ਼ ਦਾ ਟਾਈਮ ਮਿਲ ਜਾਂਦਾ ਕਿ ਤੁਸੀਂ ਬਈ ਨਵਾਂ ਇੰਪਲਾਇਰ ਢੂੰਢ ਲਓ ਜਾਂ ਨਵੀਂ ਇਮੀਗ੍ਰੇਸ਼ਨ ਕੈਟੇਗਰੀ ਸਵਿਚ ਕਰ ਸਕਦੇ ਹੋ। ਬਿਲਕੁਲ। ਅਗਰ ਉਹ ਨਹੀਂ ਵੀ ਮਿਲਦਾ, ਆਪਣੇ ਲਾਸਟ ਵੀਕ ਇਸ ਤਰ੍ਹਾਂ ਦਾ ਕੇਸ ਕੀਤਾ, ਕੁੜੀ ਕੇਅਰ ਹੋਮ ਵਿੱਚ ਕੰਮ ਕਰਦੀ ਸੀ, ਉੱਥੇ ਅਸੀਂ ਇੰਪਲਾਇਰ ਦੇ ਨਾਲ ਨਹੀਂ ਬਣੀ ਤੇ ਉਹ ਕਿਸੇ ਦੂਜੀ ਕੰਪਨੀ ਚਲੀ ਗਈ। ਬਿਲਕੁਲ। ਤੇ ਆਪਾਂ ਨੇ ਉਹਦਾ ਸਟ੍ਰੇਟ ਅਵੇ ਸਵਿਚ ਕਰਵਾਇਆ, ਸੇਮ ਡੇ ਵਿਦਿਨ 24 ਆਵਰ ਉਹਨੂੰ ਨਵਾਂ ਵੀਜ਼ਾ ਮਿਲ ਗਿਆ। ਕਿਉਂਕਿ ਬਹੁਤ ਸਾਰੇ ਕੰਮਾਂ ਦੇ ਵਿੱਚ ਨਾਰਮਲ ਗੱਲ ਹੈ, ਇਹ ਕੰਮਾਂ ਦੇ ਵਿੱਚ ਆਮ ਇਹ ਚੀਜ਼ਾਂ ਹੋ ਜਾਂਦੀਆਂ, ਕਈ ਵਾਰੀ ਅਣਬਣ ਹੋ ਜਾਂਦੀ ਕਿ ਪੈਸਿਆਂ ਨੂੰ ਲੈ ਕੇ ਜਾਂ ਕੰਮ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਕਿ ਅਣਬਣ ਹੋਣੀ ਇਹ ਲਾਜ਼ਮੀ ਇਨਸਾਨੀ ਫਿਤਰਤ ਆ। ਬਿਲਕੁਲ। ਇਸ ਕਰਕੇ ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ, ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਸਾਡੇ ਦਰਸ਼ਕਾਂ ਨੂੰ ਵੀ ਇਹ ਮੈਨੂੰ ਲੱਗਦਾ ਸਮਝ ਆ ਗਈ ਹੋਏਗੀ ਜੀ ਕਿ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਕਿਸੇ ਵੇਲੇ ਸਾਨੂੰ ਕੰਮ ਨਹੀਂ ਪਸੰਦ ਆਉਣਾ, ਕਿ ਜ਼ਰੂਰੀ ਨਹੀਂ ਕਿ ਅਸੀਂ ਫਸ ਕੇ ਇੱਕੋ ਜਗ੍ਹਾ ਹੀ ਕੰਮ ਕਰਨਾ। ਅਗਰ ਤੁਹਾਨੂੰ ਦੂਸਰਾ ਬਿਲਕੁਲ। ਕੰਮ ਵੀ ਮਿਲਦਾ, ਬਸ ਸਿਰਫ ਪੀਰੀਅਡ ਇਹੀ ਹੈ ਕਿ ਪੀਰੀਅਡ ਤੁਹਾਡਾ ਦੂਰ ਤੋਂ। ਔਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਸਾਡੇ ਕੋਲ ਇੱਕ ਪਿੱਛੇ ਅਗੇਨ ਲਾਸਟ ਵੀਕ ਇੱਕ ਡੈਂਟਿਸਟ ਸੀ ਜੀ। ਉਹਨੂੰ ਬੜੀ ਅੱਛੀ ਆਫਰ ਮਿਲੀ ਇੱਕ ਜਗ੍ਹਾ ਤੋਂ, ਤੇ ਉਹਨੇ ਆਪਣਾ ਜਿਹੜਾ ਕਰੰਟ ਇੰਪਲਾਇਰ ਆ ਉਹ ਛੱਡ ਕੇ ਉਹ ਕਹਿ ਰਿਹਾ ਕਿ ਮੈਂ ਤਾਂ ਵੀਜ਼ਾ ਮਿਲਿਆ ਮਹੀਨਾ ਹੋਇਆ, ਤੇ ਉਹਦੀ ਡੈਂਟਿਸਟ ਦੀ ਸੈਲਰੀ ਚੰਗੀ ਹੁੰਦੀ ਆ, ਤੇ ਉਹ ਕਹਿੰਦਾ ਮੈਂ ਇਸ ਇੰਪਲਾਇਰ ਨੂੰ ਛੱਡ ਕੇ ਉਸ ਇੰਪਲਾਇਰ ਵਾਸਤੇ ਕੰਮ ਕਰੂੰਗਾ। ਬਿਲਕੁਲ। ਤੇ ਇਹ ਇੱਕ ਕਾਮਨ ਪ੍ਰੈਕਟਿਸ ਦੀ ਗੱਲ ਹੈ। ਸਮ ਟਾਈਮ ਸੈਲਰੀ ਚੰਗੀ ਆਫਰ ਹੋ ਜਾਂਦੀ, ਸਮ ਟਾਈਮ ਇੰਪਲਾਇਰ ਨਾਲ ਨਹੀਂ ਬਣਦੀ, ਸਮ ਟਾਈਮ ਇੰਪਲਾਇਰ ਦਾ ਬਿਜ਼ਨਸ ਮੰਦੀ ਚਲਿਆ ਜਾਂਦਾ। ਹਾਂ ਬਿਲਕੁਲ। ਇਹ ਵੀ ਹੋ ਸਕਦਾ ਕਿ ਜੀ। ਇੰਪਲਾਇਰ ਦਾ ਬਿਜ਼ਨਸ ਹੀ ਕੰਮ ਕਰ ਰਿਹਾ ਹੁੰਦਾ ਤੇ ਉਹ ਜਿਹੜੇ ਯੂਕੇ ਦੇ ਇੰਪਲੋਇਮੈਂਟ ਲਾਅ ਦੇ ਤਹਿਤ ਉਹਨਾਂ ਕੋਲੋਂ ਉਹਨੂੰ ਫਾਰਗ ਕਰ ਸਕਦਾ ਔਰ ਇੰਪਲੋਈ ਨਵਾਂ ਬਿਜ਼ਨਸ ਢੂੰढ ਸਕਦਾ। ਬਿਲਕੁਲ। ਯਾਨੀ ਕੋਈ ਵੀ ਚੀਜ਼ ਐਨੀਥਿੰਗ ਇਜ਼ ਪੋਸੀਬਲ ਬਿਲਕੁਲ। ਜਦੋਂ ਇੱਕ ਬੰਦਾ ਕਿਸੇ ਇੰਪਲਾਇਰ ਸੇ ਕੰਮ ਕਰਦਾ। ਜੀ ਜੀ। ਹੁਣ ਪਿੱਛੇ ਮੈਂ ਦੇਖੇ ਇੱਕ ਦੋ ਵੱਡੀ ਕੰਪਨੀਆਂ ਸਨ, ਕਾਫੀ ਵੱਡੀ ਕੰਪਨੀਆਂ ਸਨ, ਉਹਨਾਂ ਆਪਣੇ ਇੰਪਲੋਈ ਨੂੰ ਫਾਰਗ ਕੀਤਾ ਤੇ ਉਹ ਮੇਰੇ ਕੋਲ ਮੁੰਡੇ ਆਏ ਕਿ IT ਦੇ ਮੁੰਡੇ ਸਨ ਕਿ ਸਾਨੂੰ ਨਵੀਂ ਕੰਪਨੀ ਚਾਹੀਦੀ ਆ ਤਾਂ ਕਿ ਅਸੀਂ ਸਵਿਚ ਕਰ ਸਕੀਏ। ਤੇ ਯੈਸ ਇਟ ਇਜ਼ ਕੁਆਇਟ ਪੋਸੀਬਲ। ਜੀ ਬਿਲਕੁਲ। ਤੇ ਇਹਦੇ ਵਿੱਚ ਕਿਹੜੀ ਕੈਟਾਗਰੀਜ਼ ਹੈਗੀਆਂ, ਜੇਕਰ ਤੁਹਾਨੂੰ ਡਿਟੇਲ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕੰਮ ਨੇ, ਜਿਹੜੇ ਕਿਹੜੀ ਕੈਟਾਗਰੀਆਂ ਨੇ ਜਿਹੜੀਆਂ ਇਹ ਸਪਾਂਸਰ ਲਾਇਸੈਂਸ ਜਿਹੜਾ ਅਪਲਾਈ ਕਰ ਸਕਦੀਆਂ ਨੇ, ਜਾਂ ਉਹਨਾਂ ਦੀ ਕੋਈ ਰਿਕੁਆਇਰਮੈਂਟ ਮਿਨੀਮਮ ਅਰਨਿੰਗ ਜਿਹੜੀ ਹੁੰਦੀ ਹੈ, ਜਾਂ ਕੁਛ ਇਹਦੇ ਬਾਰੇ ਜਾਣਕਾਰੀ ਜੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕੋਈ ਵੀ ਬਿਜ਼ਨਸ ਜਿਹੜਾ 1.5 ਸਾਲ ਪੁਰਾਣਾ ਹੋਊ, ਕੋਈ ਵੀ ਬਿਜ਼ਨਸ ਜਿਹੜਾ ਯੂਕੇ ਦੇ ਅੰਦਰ ਬੇਸ ਕਰਦਾ ਹੋਊ, ਉਹ ਇਸ ਸਪਾਂਸਰ ਲਾਇਸੈਂਸ ਅਪਲਾਈ ਕਰ ਸਕਦਾ। ਠੀਕ ਆ। ਉਹ ਸਮਾਲ ਬਿਜ਼ਨਸ ਵੀ ਹੋ ਸਕਦਾ, ਉਹ ਮੀਡੀਅਮ ਬਿਜ਼ਨਸ ਵੀ ਹੋ ਸਕਦਾ, ਉਹ ਲਾਰਜ ਐਂਟਰਪ੍ਰਾਈਜ਼ ਵੀ ਹੋ ਸਕਦੀ। ਤੇ ਹੋਮ ਆਫਿਸ ਦੀ ਫੀਸ ਵੀ ਬਿਜ਼ਨਸ ਦੀ ਕੈਟਾਗਰੀ ਦੇ ਲਿਹਾਜ਼ ਨਾਲ ਡਿਫਰ ਕਰਦੀ ਆ। ਘੱਟੋ ਘੱਟ ਫੀਸ ਸਪਾਂਸਰ ਲਾਇਸੈਂਸ ਦੀ 5 ਤੋਂ 36 ਪਾਉਂਡ ਲੱਗੀ ਆ। ਤੇ ਬਾਕੀ ਇਸ ਵਿੱਚ ਬਿਜ਼ਨਸ ਦੀ ਕੋਈ ਕੈਦ ਨਹੀਂ ਹੈ, ਬਿਜ਼ਨਸ ਕੋਈ ਵੀ ਹੋ ਸਕਦਾ, ਸ਼ਰਤ ਇਹ ਕਿ ਬਿਜ਼ਨਸ ਦੇ ਅੰਦਰ ਜਿਹੜੀ ਕਲਾ ਚਾਹੀਦੀ ਹੈ, ਜਿਹੜੀ ਸਕਿੱਲ ਚਾਹੀਦੀ ਹੈ, ਉਹ ਜੈਨੂਇਨ ਹੋਊ, ਉਹ ਜੌਬ ਜੈਨੂਇਨ ਹੋਊ। ਅੱਛਾ, ਮਜ਼ੇ ਦੀ ਗੱਲ ਸਭੀ ਸਾਹਿਬ ਮੈਂ ਦੱਸਾਂ ਤੁਹਾਨੂੰ, ਇਸ ਤੋਂ ਪਹਿਲੇ ਹੁੰਦਾ ਇਹ ਸੀ ਕਿ ਬ੍ਰੈਕਸਿਟ ਤੋਂ ਪਹਿਲੇ ਹੁੰਦਾ ਸੀ ਕਿ ਤੁਹਾਨੂੰ ਜੌਬ ਐਡਵਰਟਾਈਜ਼ ਕਰਨੀ ਪੈਂਦੀ ਸੀ, ਔਰ ਜੌਬ ਐਡਵਰਟਾਈਜ਼ ਕਰਕੇ ਹੋਮ ਆਫਿਸ ਨੂੰ ਸਬੂਤ ਦੇਣਾ ਪੈਂਦਾ ਸੀ ਕਿ ਸਾਨੂੰ ਇਹ ਸਕਿੱਲ ਵਾਲਾ ਬੰਦਾ ਯੂਕੇ ਦੇ ਅੰਦਰ
ਜਾਂ ਯੂਰਪ ਦੇ ਅੰਦਰ ਨਹੀਂ ਲੱਭਿਆ, ਕਿਉਂਕਿ ਉਸ ਟਾਈਮ ਟੈਸਟ ਹੋਣਾ ਸੀ ਜਿਹਨੂੰ ਰੈਜ਼ੀਡੈਂਸ ਲੇਬਰ ਮਾਰਕੀਟ ਟੈਸਟ ਕਹੀਦਾ ਸੀ, ਜਿਹੜਾ ਕਿ ਕੈਨੇਡਾ ਜਾਂ ਦੂਜੇ ਦੇਸ਼ਾਂ ਚੱਲਦਾ ਵੀ ਹਾਲੀ ਵੀ ਬਹੁਤ ਸਾਰੀ ਸਟੇਟ ਵਿੱਚ। ਤੇ ਬ੍ਰੈਕਸਿਟ ਤੋਂ ਬਾਅਦ ਇਹ ਪਾਬੰਦੀ ਉਹਨਾਂ ਹਟਾ ਦਿੱਤੀ ਆ, ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਯੂਕੇ ਦੇ ਅੰਦਰ ਸਕਿੱਲ ਦੀ ਸ਼ਾਰਟੇਜ ਹੈਗੀ ਆ, ਠੀਕ ਆ। ਇਹ ਉਹਨਾਂ ਹੁਣ ਇਹ ਜਿਹੜਾ ਮੈਂਡੇਟਰੀ ਟੈਸਟ ਖਤਮ ਕਰ ਦਿੱਤਾ, ਤੇ ਹੁਣ ਤੁਸੀਂ ਅਗਰ ਬੰਦਾ ਚਾਹੀਦਾ, ਸ਼ਰਤ ਹੈ ਕਿ ਜੌਬ ਵੈਕੈਂਸੀ ਜੈਨੂਇਨ ਹੋ, ਤੇ ਤੁਸੀਂ ਔਰ ਹੋਮ ਆਫਿਸ ਦੱਸੋ ਕਿ ਮੈਂ ਬੰਦਾ ਢੂੰढ ਰਿਹਾ, ਇਹ ਬੰਦਾ ਨਹੀਂ ਮਿਲ ਰਿਹਾ, ਠੀਕ ਆ, ਔਰ ਇਹ ਪਰਮਿਟਡ ਜੌਬ ਦੇ ਅੰਦਰ ਆਉਂਦਾ, ਤੇ ਤੁਸੀਂ ਸਪਾਂਸਰ ਲਾਇਸੈਂਸ ਤੇ ਅਪਲਾਈ ਕਰ ਸਕਦੇ ਹੋ। ਤੇ ਇਹ 3-4 ਦੀ ਮੇਨ ਸ਼ਰਤਾਂ ਆ ਗਈਆਂ। ਬਿਲਕੁਲ। ਬਾਕੀ ਅਗੇਨ ਬਹੁਤ ਸਾਰੇ ਸਪਾਂਸਰ ਲਾਇਸੈਂਸ ਰਿਜੈਕਟ ਵੀ ਹੁੰਦੇ, ਕਾਰਨ एम्प्लॉयर को इतना टाइम नहीं होता, प्रॉपर प्रोसीजर जो अपेंडिक्स ए है नॉर्मली उसका चैप्टर ए है, अपेंडिक्स ए है वो पढ़ते नहीं, ठीक है। अपेंडिक्स डी नहीं पढ़ते कि कागज़ पत्तर अपने बिजनेस के जो संभाल के रखने, तो वो पढ़े बिना अप्लाई कर देंगे, तो होम ऑफिस वो रिजैक्ट कर देंदा। तो इस रिजैक्शन तो बचने वास्ते किसी भी सोलिसिटर को जाओ, साढ़े को आओ, या खुद तुहाडी नॉलेज रिसर्च चंगी है तो तुसीं अप्लाई कर सकते हो। बिना पढ़े बगैर कोई भी चीज़ नहीं करनी चाहिए, बिना जानकारी लए बगैर, ठीक है, क्योंकि फिर दोबारा प्रोसेस नवे सिर तो स्टार्ट करना पैंदा, जिहड़ा कि काफ़ी टाइम कंज्यूमिंग या सम टाइम तुहाडा रिफ्यूज़ भी हो जाता। जी बिल्कुल बिल्कुल। सो बहुत वधिया, बड़ी वधिया जानकारी जिहड़ी तुसीं सारी ये दित्ती। ते एक थोड़ी बहुती गलबात असीं होर इहदे बारे करदे हां, जिहड़ा स्किल वीज़ा जिहदे बारे असीं गलबात शुरू तो विच कीती सी। ਇਹ ਸਕਿੱਲ ਵੀਜ਼ਾ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਕਿ ਯੂਰਪ ਦੇ ਵਿੱਚੋਂ ਕਿਸੇ ਵੀ ਕੰਟਰੀ ਤੋਂ ਉਹ ਆ ਸਕਦਾ, ਤੇ ਜਿਹੜਾ ਇੰਗਲਿਸ਼ ਦਾ ਜਿਹੜਾ ਟੈਸਟ ਆ, ਉਹ ਇੰਗਲਿਸ਼ ਦਾ ਜਿਹੜਾ ਆਈਲੈਟਸ ਦਾ, ਉਹ ਹਰ ਇੱਕ ਲਈ ਬਰਾਬਰ ਹੈ। ਹਾਂ, ਇਹ ਭਾਜੀ ਮੈਂ ਦੁਬਾਰਾ ਦੱਸ ਦੇਣਾ, ਨਾਰਮਲੀ ਤੇ ਅੰਗਰੇਜ਼ੀ ਦਾ ਟੈਸਟ ਮਸਟ ਹੈਗਾ, ਠੀਕ ਆ। ਜਿਹੜਾ ਹੋਮ ਆਫਿਸ ਨੇ ਆਪਣੀ ਲਿਸਟ ਦਿੱਤੀ ਆ, ਜਿਸ ਆਈਲੈਟਸ ਹੈਗਾ, ਜਿਸ ਟ੍ਰਿਨਿਟੀ ਕਾਲਜ ਜਾਂ ਬੜੇ ਹੋਰ ਵੀ ਕੈਟਾਗਰੀਆਂ ਹੈਗੀਆਂ, ਜਾਂ ਅੰਗਰੇਜ਼ੀ ਦਾ ਟੈਸਟ ਹੋਊ, ਜਿਸ UKVI ਦਾ ਆਈਲੈਟਸ ਲੈਵਲ 4 ਹੋਣਾ ਚਾਹੀਦਾ ਆਊਟ ਆਫ 9, ਜਾਂ ਤੁਸਾਂ ਦੀ ਡਿਗਰੀ ਜਿਹੜੀ ਹੈਗੀ ਆ, ਇਹ ਵੀ ਨਾਲ ਗੱਲ ਦੱਸ ਜਾਵਾਂ, ਕਿਉਂਕਿ ਪੰਜਾਬ ਵਿੱਚ ਇਹ ਵੀ ਦੇਖਿਆ ਗਿਆ ਮੁੰਡੇ ਖਾਸ ਕਰ ਉਹ ਅੰਗਰੇਜ਼ੀ ਦਾ ਟੈਸਟ ਦੇਣੇ ਤੋਂ ਘਬਰਾਉਂਦੇ ਨੇ, ਬਿਲਕੁਲ, ਠੀਕ ਆ। ਅਗਰ ਉਹਨਾਂ ਨੇ ਕੋਈ ਡਿਗਰੀ ਪੜ੍ਹੀ ਆ ਜਾਂ ਪੋਸਟ ਗ੍ਰੈਜੂਏਟ ਦੀ ਕੋਈ ਡਿਗਰੀ ਪੜ੍ਹੀ ਆ, ਮਾਸਟਰ ਦੀ, ਉਹ ਅਗਰ ਅੰਗਰੇਜ਼ੀ 'ਚ ਪੜ੍ਹਾਈ ਗਈ ਆ, ਜਾਂ ਯੂਨੀਵਰਸਿਟੀ ਇਹ ਲਿਖ ਕੇ ਦਊ ਕਿ ਮੋਡ ਆਫ ਇੰਗਲਿਸ਼ ਸੀ, ਮੋਡ ਆਫ ਟੀਚਿੰਗ ਇੰਗਲਿਸ਼ ਸੀ, ਉਹ ਤੁਸੀਂ एक्टिव जेनेरिक कन्वर्जन करवा के जिसकी 190 पाउंड फीस हैगी है ऑलमोस्ट, वो दे के तुसी उस अंग्रेजी दी रिक्वायरमेंट तो बच भी सकते होगे। या अगर स्टूडेंट के दुआरे गल करिए, जेडे स्टूडेंट उठों आंदे और जेडे स्विच करना चाहते विद इन यूके, अगर उन्होंने कैश लैटर उत्ते ये लिखा होवे कि इसकी अंग्रेजी B1 जिन्होंने आप कही आईएलटीएस लेवल 4 के बराबर हैगी, फिर भी अंग्रेजी की तुसी जिहड़ी ये रिक्वायरमेंट है उस तो बच सकते हो। पर जिवें तुसीं गल कीती डिग्री दी, जिस बंदे ने इन्नी डिग्री कीती होएगी, इन्नी पढ़ाई कीती होएगी, ਉਹਦੇ ਵਾਸਤੇ ਮੇਰੇ ਖਿਆਲ ਚ ਆਈਲੈਟਸ ਦੇ ਵਿੱਚ 4 ਬੈਂਡ ਕੋਈ ਔਖੀ ਗੱਲ ਨਹੀਂ ਹੈਗੀ। ਜੀ ਬਿਲਕੁਲ, ਲੇਕਿਨ ਪਰ ਵੈਸੇ ਜੇ ਕਹਿੰਦੇ ਨੇ ਕਈ ਵਾਰੀ ਐਗਜ਼ਾਮ ਤੋਂ ਬੰਦਾ ਹਾਂਜੀ ਸੁਸਤੀ ਦਾ ਸ਼ਿਕਾਰ ਹੁੰਦੇ ਨੇ ਤੇ ਉਹ ਨਹੀਂ ਕਰਨਾ ਚਾਹੁੰਦੇ, ਤੇ ਕਿਉਂਕਿ ਆਪਾਂ ਨੇ ਕਈ ਇਸ ਤਰ੍ਹਾਂ ਦੇ ਕੇਸਿਸ ਕੀਤੇ, ਮੁੰਡਿਆਂ ਕੋਲ ਉੱਥੇ ਦੀ ਡਿਗਰੀ ਹੁੰਦੀ, ਉਹ ਕਹਿੰਦੇ ਦੁਬਾਰਾ ਟੈਸਟ ਕਿਉਂ ਬਈਏ, ਅਸੀਂ ਐਗਜ਼ਾਮਸ਼ਨ ਲੈ ਲੈਂਦੇ ਆ ਇਹ ਟੈਸਟ ਕਨਵਰਜਨ ਕਰਾ ਕੇ। ਜਾਂ ਜਿਹੜੇ ਇੰਗਲਿਸ਼ ਸਪੀਕਿੰਗ ਕੰਟਰੀ ਹੈਗੇ, जिस बहुत कुछ अफ्रीका के कंट्री भी है, या न्यूजीलैंड जो है, कैनेडा है, उत्थे दे अगर नागरिक आना चाहन यूके तो उन्होंने अंग्रेजी की ये जी रिक्वायरमेंट है उस तो पाबंदी उन्होंने रिस्ट्रिक्शन नहीं होती, वो इंजी अप्लाई कर सकते। बिल्कुल बिल्कुल। मेरे ख्याल कॉल लग चुकी है। हेलो जी, सत श्री अकाल। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ ਪਿਆ ਜੀ। ਭਾਜੀ ਨੇ ਦੱਸਿਆ ਵੀ ਜਿਵੇਂ ਸਪਾਂਸਰ ਲਾਇਸੈਂਸ, ਪਰ ਉਹ ਮਾੜਾ ਜਿਹਾ ਕਲੀਅਰ ਕਰੋ ਵੀ ਕਿਸ ਟਾਈਪ ਦਾ ਬੰਦਾ ਜਾਂ ਕਿਸ ਤਰ੍ਹਾਂ ਦੀ ਰੱਖ ਸਕਦੇ ਬੰਦਾ ਵਿੱਚ, ਕਿ ਉਹਦੇ ਲਈ ਵੀ ਕੋਈ ਕੰਡੀਸ਼ਨ ਹੈ ਜਾਂ ਕਿਸ ਤਰ੍ਹਾਂ ਇੱਥੋਂ ਹੀ ਰੱਖ ਸਕਦੇ? ਤੁਸੀਂ ਥੋੜਾ ਖੁੱਲ ਕੇ ਸਵਾਲ ਆਪਣਾ ਪੂਰਾ ਕਲੀਅਰ ਪੁੱਛੋ ਪਹਿਲਾਂ, ਫਿਰ ਉਹਦੇ ਬਾਰੇ ਜਵਾਬ ਦੇਣਗੇ ਜੀ। ਮੈਂ ਜਿਵੇਂ ਇਹਨਾਂ ਨੇ ਕਿਹਾ ਵੀ ਜਿਹੜਾ ਸਪਾਂਸਰ ਲਾਇਸੈਂਸ ਹੋਵੇ ਇਹਨਾਂ ਕੋਲ ਕਿਸੇ ਕੋਲ, ਤਾਂ ਉਹ ਕਿਸ ਟਾਈਪ ਦੀ ਲੇਬਰ ਜਾਂ ਕਿਸ ਟਾਈਪ ਦਾ ਬੰਦਾ? ਠੀਕ ਹੈ, ਮੈਂ ਦੱਸ ਦਿੰਦਾ। ਥੈਂਕ ਯੂ ਭਾਜੀ। ਅੱਛਾ ਭਾਜੀ, ਪਹਿਲੀ ਗੱਲ ਹੈ ਕਿ ਜਿਹੜਾ ਬਿਜ਼ਨਸ ਆ ਉਹ ਯੂਕੇ ਦਾ ਹੋਣਾ ਚਾਹੀਦਾ। ਬਿਜ਼ਨਸ ਦਾ ਜਿਹੜਾ ਮਾਲਕ ਹੈ ਉਸ ਕੋਲ ਕਾਗਜ਼ ਪੱਕੇ ਹੋਣੇ ਚਾਹੀਦੇ, ਇਹ ਵੀ ਬੜਾ ਜ਼ਰੂਰੀ ਆ ਜੀ, ਠੀਕ ਹੈ। ਨਹੀਂ ਕਾਗਜ਼ ਪੱਕੇ, ਹਾਂਜੀ। ਉਸ ਤੋਂ ਬਾਅਦ ਜਿਹੜੀ ਗੱਲ ਮੈਂ ਆਖੀ ਕਿ ਕਿਸ ਤਰ੍ਹਾਂ ਦਾ ਬੰਦਾ ਰੱਖ ਸਕਦੇ ਹੋ, ਉਹੀ ਦੱਸਿਆ। ਜਿਹੜੀ ਹੋਮ ਆਫਿਸ ਦੀ ਇੱਕ ਲਿਸਟ ਦਿੱਤੀ ਗਈ ਆ ਜਿਹਨੂੰ ਆਪਾਂ SOC ਕੋਡ ਕਹੀਦਾ ਜੀ, ਉਸ ਦੇ ਅੰਦਰ ਜਿਹੜੀ ਜੌਬਾਂ ਦੀ ਡਿਸਕ੍ਰਿਪਸ਼ਨ ਲਿਖੀ ਆ ਉਸ ਦੇ ਦੁਆਰੇ ਜਾਂ ਕਰੀਬ ਉਹ ਸਾਰੇ ਰੱਖ ਸਕਦੇ ਹੋ। ਮੈਂ ਮਿਸਾਲ ਦਿੰਦਾ, ਤੁਸੀਂ ਲੌਰੀ ਡਰਾਈਵਰ ਨਹੀਂ ਰੱਖ ਸਕਦੇ, ਠੀਕ ਆ। ਇਹ ਅਤਾ ਕਿ ਲੌਜਿਸਟਿਕ ਦਾ ਬਿਜ਼ਨਸ ਜੀ, ਤੁਸੀਂ ਲਾਇਸੈਂਸ ਲੈ ਸਕਦੇ ਹੋ ਲੇਕਿਨ ਲੌਰੀ ਡਰਾਈਵਰ ਨਹੀਂ ਰੱਖ ਸਕਦੇ,
ਠੀਕ ਆ। ਪਰ ਵੈਸੇ ਨਾਰਮਲ ਜੇ ਗੱਲ ਕਰੀਏ ਤੇ ਇਹਦੀ ਸ਼ਾਰਟੇਜ ਤੇ ਬਹੁਤ ਹਾਂ ਜ਼ਿਆਦਾ ਸ਼ਾਰਟੇਜ ਹੈਗੀ ਆ, ਲੇਕਿਨ ਜਿਹੜੀ ਹੋਮ ਆਫਿਸ ਦੇ ਉਹ ਉਹਨੂੰ ਨਹੀਂ ਮੰਨਦੀ। ਹੂੰ ਉਹ ਕਹਿੰਦੇ ਨੇ ਕਿ ਜਿਹੜਾ ਬਾਹਰਲਾ ਬੰਦਾ ਆਊਗਾ ਹੂੰ ਲੌਰੀ ਉਸ ਦਾ ਸੇਫਟੀ ਸਟੈਂਡਰਡ ਹੋ ਸਕਦਾ ਉਹ ਜਾਂ ਨਾ ਹੋਵੇ ਜਿਹੜਾ ਯੂਕੇ ਦਾ ਟੈਸਟ ਦਾ ਸਟੈਂਡਰਡ ਹੈਗਾ, ਹੂੰ ਠੀਕ ਆ, ਉਸੇ ਉਹਨੇ ਨਹੀਂ ਰੱਖੀ। ਹੂੰ। ਪਿੱਛੇ आता ਕਿ ਲੌਰੀ ਡਰਾਈਵਰ ਟੈਂਕਰ ਡਰਾਈਵਰ ਦੀ ਕਿੰਨੀ ਲੋੜ ਸੀ ਜੀ ਔਰ ਇਸ ਇੰਡਸਟਰੀ ਨੇ ਡਿਮਾਂਡ ਵੀ ਕੀਤੀ, ਹੂੰ। ਫਿਊਲ ਦੀ ਸ਼ਾਰਟੇਜ ਹੋ ਗਈ ਸੀ, ਹੂੰ। ਉਹਨੇ ਫਿਰ ਵੀ ਇਸ ਚੀਜ਼ ਨਹੀਂ ਪਾਇਆ, ਹੂੰ। ਠੀਕ ਹੈ। ਇਸ ਤਰ੍ਹਾਂ ਦੇ ਸੀਜ਼ਨਲ ਵਰਕਰ ਜਿਹੜੇ ਹੁੰਦੇ ਖੇਤਾਂ 'ਚ ਕੰਮ ਕਰਦੇ ਜੀ ਕੁਝ ਉਹ ਵੀ ਨਹੀਂ ਆਉਂਦੇ, ਉਹ ਆਉਂਦੇ ਸੀ 6 ਮਹੀਨੇ ਦੀ ਅਲੱਗ ਵੀਜ਼ੇ ਤੇ ਆਉਂਦੇ, ਜੀ। ਠੀਕ ਹੈ। ਹੂੰ। ਤੇ ਇਹਨਾਂ ਦਾ ਜਿਹੜਾ ਸਵਾਲ ਸੀ ਕਿ ਬਈ ਕਿਸ ਤਰ੍ਹਾਂ ਦੇ ਬੰਦੇ ਤੁਸੀਂ ਰੱਖ ਸਕਦੇ ਹੋ। ਜੀ। ਇੱਕ ਜਿਸੇ ਲੌਰੀ ਡਰਾਈਵਰ ਦਾ ਰੱਖਾ, ਤੁਸੀਂ ਫਰਜ਼ ਕਰੋ ਕਲੀਨਰ, ਸਹੀ ਕਹੋ ਜੀ ਮੈਨੂੰ ਕਾਰ 'ਚ ਕਲੀਨਰ ਚਾਹੀਦਾ, ਹੂੰ। ਕਾਰ 'ਚ ਮੇਡ ਚਾਹੀਦੀ ਹੂੰ। ਜਿਹੜੀ ਕਾਰ ਦੀ ਹੈਲਪ ਕਰੇ, ਹੂੰ। ਉਹ ਵੀ ਨਹੀਂ ਤੁਸੀਂ ਬੁਲਾ ਸਕਦੇ। ਜੀ ਇਹ ਉਹ ਜੌਬਾਂ ਜਿਹੜੀਆਂ ਤੁਹਾਨੂੰ ਅਲਾਓ ਨਹੀਂ ਨਹੀਂ ਹੈਗੀਆਂ, ਕਰਨੀ, ਹਾਂ। ਕਿਉਂਕਿ ਉਹ ਬੰਦੇ ਤੇ ਇੱਥੇ ਮਿਲ ਜਾਂਦੇ। ਤੁਸੀਂ ਕਹੋ ਜੀ ਕਿ ਮੈਂ ਡਰਾਈਵਰ ਚਾਹੀਦਾ ਆਪਣੇ ਘਰ ਦੀ ਗੱਡੀ ਚਲਾਉਣ ਵਾਸਤੇ, ਉਹ ਨਹੀਂ ਤੁਸੀਂ ਕਰ ਸਕਦੇ ਤੁਸੀਂ, ਜੀ। ਠੀਕ ਆ। ਉਹ ਇੱਕ ਅਲੱਗਾ ਗੱਲ ਆ ਕਿ ਵਕੀਲ ਜਿਹੜੀ ਜੌਬ ਹੁੰਦੀ ਆ ਉਹ ਖਿੱਚ ਤਨ ਕੇ ਬਣਾ ਲੈਂਦੇ, ਹੂੰ। ਮੈਚ ਕਰ ਲੈਂਦੇ, ਉਸੇ ਥੋੜੀ ਬੇਈਮਾਨੀ ਕਰ ਲੈਂਦੇ, ਹੂੰ। ਠੀਕ ਆ। ਇਹ ਵੀ ਅਕਸਰ ਹੁੰਦਾ, ਮੈਂ ਬੜੀ ਖੁੱਲ ਕੇ ਗੱਲ ਕਰ ਰਿਹਾ। ਬਿਲਕੁਲ ਬਿਲਕੁਲ ਲੇਕਿਨ ਕਾਇਦੇ ਦੇ ਮੁਤਾਬਿਕ ਅਗਰ ਗੱਲ ਕਰੀਏ ਤੇ ਜਿਹੜੀ ਜੌਬਾਂ ਉਸ ਐਸਓਸੀ ਕੋਡ ਦੇ ਅੰਦਰ ਉਸ ਚੈਪਟਰ ਦੇ ਅੰਦਰ ਦਿੱਤੀਆਂ ਗਈਆਂ ਉਨੀ ਜੌਬਾਂ ਦੇ ਤੁਸੀਂ ਬੰਦੇ ਬੁਲਾ ਸਕਦੇ ਹੋ, ਠੀਕ ਆ। ਅੱਛਾ ਇਸੇ ਮਜ਼ੇ ਦੀ ਗੱਲ ਦੱਸਾਂ, ਗੱਲ ਨਾਲ ਗੱਲ ਅੱਗੇ ਜੀ। ਜੁੜਦੀ ਆ ਹਾਂ। ਕਿ ਇੱਕ ਟਾਈਮ ਮੈਂ ਇੱਕ ਬੜੀ ਵੱਡੀ ਕੰਪਨੀ 'ਚ ਵਕੀਲ ਸਾਂ, ਬਹੁਤ ਵੱਡੀ ਕੰਪਨੀ ਸੀ, ਨਾਂ ਨਹੀਂ ਲੈਂਦਾ। ਉੱਥੇ ਉਹਨਾਂ ਜੌਬ ਦਿੱਤੀ ਸੀ ਕਾਗਜ਼ਾਂ ਦੇ ਕੁਝ ਹੋਰ, ਹੂੰ। ਉਹ ਮੁੰਡਾ ਜੌਬ ਕੁਝ ਹੋਰ ਕਰ ਰਿਹਾ ਸੀ। ਹੂੰ। ਹੋਮ ਆਫਿਸ ਨੇ ਉੱਥੇ ਸਪੌਟ ਚੈੱਕ ਕੀਤਾ, ਰੇਡ ਮਾਰੀ, ਹੂੰ ਉਹ ਮੁੰਡੇ ਨੇ ਪੁੱਛਿਆ ਕਿ ਤੁਸਾਂ ਦਾ ਜਿਹੜਾ ਵਰਕ ਪਰਮਿਟ ਹੈਗਾ ਉਹ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਦਾ ਹੈਗਾ, ਹੂੰ। ਤੇ ਕੰਮ ਤੁਸੀਂ ਸ਼ਾਪ ਦੇ ਟਿਲ ਤੇ ਕਰ ਰਹੇ ਹੋ, ਹੂੰ ਤੇ ਉਹਨਾਂ ਦਾ ਲਾਇਸੈਂਸ ਕੈਂਸਲ ਸਸਪੈਂਡ ਕਰ ਦਿੱਤਾ, ਕੈਂਸਲ ਕਰ ਦਿੱਤਾ। ਜੀ ਤੇ ਕਹਿਣ ਦਾ ਮਕਸਦ ਇਹ ਆ ਕਿ ਤੁਸੀਂ ਕੋਸ਼ਿਸ਼ ਕਰੋ ਜਿਹੜੀ ਜੌਬ ਤੁਸੀਂ ਉਸ ਕਾਸਟ ਤੇ ਉਸ ਲੈਟਰ ਤੇ ਆਫਰ ਲੈਟਰ ਤੇ ਦੋ, ਹੂੰ। ਉਹ ਬੱਚੇ ਉਹ EMPLOYEES ਉਹ ਸਕਿੱਲ ਵਰਕਰ ਉਹੀ ਕੰਮ ਕਰਨ। ਕਰਦੇ ਹੋ। ਅੱਜ ਤੇ ਹੋਮ ਆਫਿਸ ਨੇ ਛੂਟ ਦਿੱਤੀ ਆ ਕਿਉਂਕਿ ਉਹਨਾਂ ਨੂੰ ਬੰਦੇ ਤੇ ਚਾਹੀਦੇ, ਹੂੰ। ਲੇਕਿਨ ਆਉਣੇ ਵਾਲੇ ਦਿਨਾਂ 'ਚ ਇਹ ਸਪੌਟ ਚੈਕਿੰਗ ਹੋਊਗੀ, ਹੂੰ। ਛਾਪੇ ਮਾਰੇ ਜਾਵਣਗੇ, ਇਨਫੋਰਸਮੈਂਟ ਟੀਮਾਂ ਜਾਵਣਗੀਆਂ, ਹੂੰ। ਠੀਕ ਹੈ। ਔਰ ਅਗਰ ਉਹ ਜੌਬ ਜਿਹੜੀ ਤੁਸੀਂ ਦਿੱਤੀ ਹੈ ਆਫਰ ਲੈਟਰ ਤੇ ਉਹ ਅਗਰ ਜੌਬ ਨਹੀਂ ਕਰਦੇ ਹੋਣਗੇ ਹੂੰ। ਤੇ ਉਹ ਲਾਇਸੈਂਸ EMPLOYER ਦਾ ਕੈਂਸਲ ਵੀ ਹੋ ਸਕਦਾ ਹੈਗਾ। ਇਹ ਆਪਾਂ ਨੇ ਦੇਖਿਆ, ਹੂੰ। ਯੂ ਨੋ ਮੀਨ ਆਪਣੇ ਐਕਸਪੀਰੀਅੰਸ ਦੀ ਬੇਸ ਤੇ ਗੱਲ ਕਰ ਰਹੇ ਹਾਂ, ਬਿਲਕੁਲ। ਆਪਾਂ ਨੇ ਵੱਡੀ ਵੱਡੀ ਕੰਪਨੀਆਂ ਦੇ ਲਾਇਸੈਂਸ ਕੈਂਸਲ ਹੋਏ ਦੇਖੇ, ਹੂੰ ਠੀਕ ਹੈ। ਤੇ ਇਹ ਥੋੜਾ ਜਿਹਾ ਧਿਆਨ ਕਰਨਾ ਕਿ ਜਿਸ ਕੰਮ ਤੇ ਤੁਸੀਂ ਬੁਲਾ ਰਹੇ ਹੋ ਹੂੰ। ਉਹ ਕੰਮ ਆਲਮੋਸਟ ਜਾਂ ਉਹ ਜਿਹਾ ਹੀ ਹੋਣਾ ਚਾਹੀਦਾ ਜਿਹੜਾ ਤੁਸੀਂ ਆਫਰ ਲੈਟਰ ਤੇ ਲਿਖਿਆ, ਉਹ ਸੈਲਰੀ ਉਹੀ ਹੋਣੀ ਚਾਹੀਦੀ ਜਿਹੜੀ ਤੁਸੀਂ ਲਿਖੀ, ਹੂੰ ਠੀਕ ਹੈ। ਬਿਲਕੁਲ। ਕਿਉਂਕਿ ਬਾਅਦ ਚੋਂ ਇਹ ਚੈੱਕ ਕਰਨਗੇ ਸਾਰੀਆਂ ਗੱਲਾਂ। ਹੂੰ ਤੇ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਕਿ ਲੋਰੀ ਡਰਾਈਵਰ ਜਿਹੜਾ ਉਹ ਨਹੀਂ ਰੱਖ ਸਕਦੇ, ਹਾਂਜੀ। ਉਹ ਸਪਾਂਸਰ ਲਾਇਸੈਂਸ ਦੇ ਉੱਪਰ ਤੁਸੀਂ ਸੱਦ ਨਹੀਂ ਸਕਦੇ ਜਾਂ ਉਹਨੂੰ ਸਪਾਂਸਰਸ਼ਿਪ ਨਹੀਂ ਕਰ ਸਕਦੇ। ਜੀ ਪਰ ਜੇ ਕਿਸੇ ਸਟੂਡੈਂਟ ਨੇ ਇੱਥੇ ਲਾਇਸੈਂਸ ਕੀਤਾ ਹੋਵੇ ਤੇ ਉਹਨੂੰ ਜਿਹੜਾ ਉਹਦਾ ਵੀਜ਼ਾ ਸਵਿਚ ਹੋ ਸਕਦਾ ਜਾਂ ਅੱਛਾ, ਜਿਹੜੀਆਂ ਜੌਬਾਂ ਹੋਮ ਆਫਿਸ ਨੇ ਲਿਸਟ ਤੇ ਨਹੀਂ ਰੱਖੀਆਂ ਹਾਂ। ਤੇ ਉਹ ਨਹੀਂ ਰੱਖੀਆਂ। ਅੱਛਾ ਹੁਣ ਲੋਰੀ ਡਰਾਈਵਰ ਦੀ ਪੂਰੇ ਸਾਡੇ ਕੋਲ ਕਈ ਟਰੱਕਾਂ ਦੇ ਜੀ, ਪੰਜਾਬੀ ਬਿਲਕੁਲ। ਜ਼ਿਆਦਾ ਟਰੱਕ ਚਲਾਉਂਦੇ ਹਾਂ, ਬਿਲਕੁਲ ਜਾਂ ਜੀ। ਕੰਪਨੀਆਂ ਚਲਾਉਂਦੇ ਲੌਜਿਸਟਿਕ ਜੀ, ਦੀਆਂ ਜੀ, ਵੱਡੀਆਂ ਜੀ, ਵੱਡੀਆਂ, ਹਾਂਜੀ। ਸਭ ਨੂੰ ਪਤਾ ਹੈ। ਹਾਂ। ਇਹ ਸਾਡੇ ਕੋਲ ਕਈ ਦਫਾ ਸਵਾਲ ਪੁੱਛਿਆ ਗਿਆ, ਹੂੰ ਠੀਕ ਹੈ। ਤੇ ਉਹ ਜੌਬ ਜਿਹੜੀ ਹੈਗੀ ਉਹ ਲਿਸਟ ਤੇ ਨਹੀਂ ਹੈਗੀ ਹੂੰ ਤੇ ਇਸ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਹੂੰ। ਤੇ ਫਿਰ ਕੁਝ ਬੰਦੇ ਕੀ ਕਰਦੇ ਕਿ ਲਾਇਸੈਂਸ ਤੇ ਮਿਲ ਜਾਂਦਾ ਉਸ ਕੰਪਨੀ ਦੇ ਨਾਂ ਤੋਂ, ਉਹ ਜੌਬ ਦਾ ਕੋਡ ਕੁਝ ਹੋਰ ਪਾਉਂਦੇ, ਅੱਛਾ ਜੀ ਜੀ ਜੀ। ਉਹ ਥੋੜੀ ਜਿਹੀ ਇਸ ਤਰ੍ਹਾਂ ਫਿਰ ਉਹ ਕਰਦੇ ਨੇ ਜੋ ਪਰ ਕਿ ਇਹਦੇ ਵਿੱਚ ਇਹ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਉਹ ਕੋਡ ਹੋਰ ਪਾਲਣਾ ਕਿ ਜੌਬ ਜਿਹੜੀ ਲਿਖਣੀ ਕੁਝ ਹੋਰ ਹਾਂ। ਤੇ ਹੋਣੀ ਕੁਝ ਹੋਰ, ਤੇ ਇਹਦੇ ਨਾਲ ਫਿਰ ਰਿਫਿਊਜ਼ ਹੋਣ ਦੇ ਚਾਂਸ ਵੀ ਬਣ ਜਾਂਦੇ। ਉਹ ਫਿਰ ਇਹ ਹੁੰਦਾ ਕਿ ਜਦੋਂ ਸਪੌਟ ਚੈੱਕ ਹੁੰਦਾ ਤੇ ਫਿਰ ਬੰਦੇ ਫੜੇ ਜਾਂਦੇ, ਹੂੰ ਠੀਕ ਆ। ਬਿਲਕੁਲ। ਤੇ ਉਹ ਫਿਰ ਬੜੇ ਧਿਆਨ ਨਾਲ ਕੰਮ ਕਰਨਾ ਚਾਹੀਦਾ ਆਪ ਜੀ ਨੂੰ ਜਾਂ ਜਿਹੜੇ EMPLOYER ਹੈਗੇ, ਠੀਕ ਆ। ਬਿਲਕੁਲ। ਮੇਰੇ ਖਿਆਲ ਕਾਲ ਇੱਕ ਹੋਰ ਲੱਗ ਚੁੱਕੀ ਹਾਂਜੀ, ਚਲੋ call ਲੈ ਲੈਂਦੇ ਹਾਂ ਜੀ। ਹਾਂਜੀ ਹਾਂਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਓਕੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ। ਹਾਂਜੀ ਠੀਕ ਠਾਕ ਸਰ ਜੀ। ਜੀ ਪੁੱਛੋ ਜੀ ਆਪਣਾ ਸਵਾਲ। ਹਾਂਜੀ ਵਕੀਲ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਯੂਕੇ ਵਿੱਚ 20ਵਾਂ ਸਾਲ ਲੱਗ ਚੁੱਕਾ ਹੈ ਜੀ ਜੀ ਜੀ। ਹਾਂਜੀ, ਤੇ ਮੈਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਮੈਂ ਹੁਣ ਕਿਹੜੇ ਡਾਕੂਮੈਂਟਸ ਮੈਨੂੰ ਜ਼ਰੂਰੀ ਨੇ। ਭਾਜੀ ਫੋਨ ਦੇ ਰਹੋ, ਮੈਂ ਦੱਸ ਦੇਣਾ ਕਿਉਂਕਿ ਪ੍ਰੋਗਰਾਮ ਦਾ ਮੇਰਾ ਟਾਈਮ ਵੀ ਘੱਟ ਆ। ਬਿਲਕੁਲ। ਜਦੋਂ ਤੁਸੀਂ ਯੂਕੇ 'ਚ ਆਏ ਸੋ ਜਿਸ ਦਿਨ ਹਾਂਜੀ। ਤੋਂ ਤੁਸੀਂ ਯੂਕੇ ਵਿੱਚ ਪੈਰ ਰੱਖਿਆ ਹਾਂਜੀ ਉਸ ਦਿਨ ਤੋਂ ਲੈ ਕੇ ਹਾਂਜੀ ਔਰ 20 ਸਾਲਾਂ ਵਿੱਚ ਹਰ ਸਾਲ ਦਾ ਪ੍ਰੂਫ ਰੱਖਣਾ ਆਪ ਜੀ ਨੇ। ਸਭ ਠੀਕ ਤੋਂ ਹੈ। ਜਿਹੜੇ ਡਾਕੂਮੈਂਟ ਹੋਮ ਆਫਿਸ ਮੰਨਦੀ ਆ ਉਹ ਤੁਹਾਡਾ ਹਾਂਜੀ। ਟੈਨੈਂਸੀ ਐਗਰੀਮੈਂਟ, ਤੁਸੀਂ ਦੇ ਕੌਂਸਲ ਹਾਂਜੀ। ਟੈਕਸ ਦੇ ਲੈਟਰ, ਤੁਸੀਂ ਦੇ ਹਾਂਜੀ। ਬਿੱਲ ਬੱਤੀਆਂ, ਤੁਸੀਂ ਦੇ ਫਸਟ ਬਿਲਕੁਲ ਕਰੋ ਜੀ। ਟੀਵੀ ਲਾਇਸੈਂਸ, ਤੁਸੀਂ ਦੇ ਬੈਂਕ ਸਟੇਟਮੈਂਟ, ਤੁਸੀਂ ਦੇ ਠੀਕ ਹੈ NHS ਜੀ। ਦੇ ਪ੍ਰੂਫ, ਇਹ ਜਿਹੜੇ ਹਾਂਜੀ। 5-6 ਸੋਰਸਿਸ ਦੱਸੇ ਇਹ ਤੇ ਆਪਾਂ ਨੇ ਹਾਂਜੀ। ਰੱਖਣੇ ਹੀ ਰੱਖਣੇ।
ਅਗਰ ਤੁਸੀਂ ਦੋਸਤਾਂ ਯਾਰਾਂ ਦੇ ਲੈਟਰ ਲਾਓਗੇ, ਤੁਸੀਂ ਤਸਵੀਰਾਂ ਲਾਓਗੇ, ਤੁਸੀਂ ਘੁੰਮਣੇ ਫਿਰਨੇ ਦੀ ਤਸਵੀਰਾਂ ਲਾਓਗੇ, ਉਹ ਹੋਮ ਆਫਿਸ ਮੰਨਦੀ ਨਹੀਂ ਆ। ਹੈਲਪ ਹੋ ਸਕਦੀ ਆ ਲੇਕਿਨ ਉਹ ਮੰਨਦੀ ਨਹੀਂ ਹੈ, ਕਿਉਂਕਿ ਅਗਰ ਤੁਸੀਂ ਮਨ ਜਾਣਦੇ ਹੋ ਪਹਿਲੇ ਤੋਂ ਆਪਾਂ ਨੇ 20 ਸਾਲਾਂ ਦੇ ਬਾਹਲੇ ਕੇਸ ਕੀਤੇ ਔਰ ਰੱਬ ਦੀ ਮਿਹਰ ਨਾਲ ਸਭ ਆਲਮੋਸਟ ਸਭ ਸਕਸੈਸ ਮਿਲੀ ਆ। ਤੇ ਮੇਰਾ ਅੱਜ ਸਵੇਰ ਵੀ 20 ਸਾਲਾਂ ਦਾ ਸਾਲਾ ਲੱਗਿਆ, ਉਸ ਦਿਨ ਮੇਰੀ ਵੀਡੀਓ ਵੀ ਬਣੀ। ਤੇ ਇਹ 5-6 ਪ੍ਰੂਫ ਤੁਸੀਂ ਰੱਖਣਾ ਹੀ ਰੱਖਣੇ ਜਿਹੜੇ ਮੈਂ ਦੱਸੇ। ਦੂਸਰੇ ਲਫ਼ਜ਼ਾਂ ਜਿਹੜੇ ਕਿਸੇ ਬਿੱਲ ਬੱਤੀਆਂ ਹੋ ਗਈਆਂ, ਕੌਂਸਲ ਟੈਕਸ ਹੋ ਗਿਆ, टीवी लाइसेंस हो गया, टेनेंसी एग्रीमेंट हो गया, अखबार की कटिंग आ गई, ਜਿਹੜੇ ਇੰਡੀਪੈਂਡੈਂਟ ਸੋਰਸਿਸ ਤੋਂ ਜਿਹੜੇ ਪ੍ਰੂਫ ਹੁੰਦੇ ਉਹ ਤੇ ਤੁਸੀਂ ਰੱਖੋ। ਠੀਕ ਹੈ, ਤੁਸੀਂ ਪ੍ਰਧਾਨ ਦਾ ਲੈਟਰ ਲਾ ਦਿੰਦੇ ਹੋ, ਹੈਲਪਫੁਲ ਆ, ਲੇਕਿਨ ਹੋਮ ਆਫਿਸ ਉਸ ਤੇ ਰਿਲਾਈ ਨਹੀਂ ਕਰਦਾ। ਇਹ ਮੈਂ ਤੁਹਾਨੂੰ ਬੜੇ ਇੱਕ ਗੱਲ ਦੱਸਣਾ। ਵਕੀਲ ਸਾਹਿਬ ਇੱਕ ਬਸ ਛੋਟੀ ਜਿਹੀ ਗੱਲ ਹੈ ਕਿ ਮਤਲਬ ਮੈਂ 2008 ਤੋਂ ਇੱਕ ਘਰ 'ਚ ਰਹਿ ਰਿਹਾ, ਮੇਰੇ ਕੋਲ ਸਾਰੇ ਪ੍ਰੂਫ ਹੈਗੇ ਨੇ, ਸਿਰਫ 2-3 ਸਾਲ ਦੇ ਵਿੱਚ ਪ੍ਰੂਫ ਮਿਸਿੰਗ ਨੇ, ਉਹਦਾ ਮੈਂ ਕੀ ਹੱਲ ਕਰ ਸਕਦਾ? ਸਰ ਉਹ ਮਜ਼ੀਦ ਅਗਰ ਮੇਰੇ ਕੋਲ ਇਹ ਪੁੱਛੋ ਜਿਹੜੇ 1-2 ਸਾਲ ਮਿਸਿੰਗ ਹੈਗੇ ਤੇ ਜਾਂ ਤਾਂ ਜਿਹੜੇ ਤੁਸੀਂ NHS ਜਾਂ ਡਾਕਟਰ ਕੋਲ ਤੇ ਤੁਸੀਂ ਹੋਗੇ ਰਜਿਸਟਰ, ਹਾਂਜੀ ਬਿਲਕੁਲ, ਤੇ ਤੁਸੀਂ ਉਸ ਡਾਕਟਰ ਕੋਲ ਜਾ ਕੇ ਤੁਸੀਂ ਲੈ ਸਕਦੇ ਹੋ ਕਿ ਮੈਂ ਇਹ 2-3 ਸਾਲ ਬਿਮਾਰ ਨਹੀਂ ਰਿਹਾ ਲੇਕਿਨ ਮੈਂ UK ਦੇ ਅੰਦਰ ਸਾਂ, ਤੇ ਤੁਸੀਂ ਉਹ ਆਪੇ ਐਵੀਡੈਂਸ ਉੱਥੇ ਵੀ ਪੂਰੀ ਕਰ ਸਕਦੇ ਹੋ। ਤੇ ਫਿਰ ਜਿਹੜਾ ਸਮਝਦਾਰ ਵਕੀਲ ਸਾਹਿਬ ਜਿਹੜੇ ਘਰ ਵਿੱਚ ਰਿਹਾ ਸੀ ਮੈਂ ਉਹ 2-3 ਸਾਲ ਮੈਂ ਉਹਨਾਂ ਕੋਲ ਲਿਖਾ ਸਕਦਾ, ਉਹ ਹੋ ਸਕਦਾ? ਤੁਸੀਂ ਲੈਂਡਲॉर्ड ਕੋਲ ਲਿਖਵਾ ਸਕਦੇ ਹੋ, ਉਹ ਹੋਮ ਆਫਿਸ ਮੰਨ ਲੈਂਦਾ ਆਸਾਨੀ ਦੇ ਨਾਲ ਜੀ। ਚਲੋ ਠੀਕ ਹੈ ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ। ਤੇ ਸਮਾਂ ਵੀ ਜਿਹੜਾ ਸਾਡਾ ਉਹ ਲਗਭਗ ਸੀਮਤ ਹੋ ਗਿਆ ਬਿਲਕੁਲ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਰੇ ਸੁਣਨ ਵਾਲੇ ਸਰੋਤਿਆਂ ਦੀਆਂ ਜਿਹੜੀਆਂ ਕਲੀਅਰ ਹੋ ਗਈਆਂ ਹੋਣਗੀਆਂ। ਸੋ ਬਹੁਤ ਵਧੀਆ ਜਿਹੜਾ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਸਾਰੀ ਜਾਣਕਾਰੀ ਤੁਸੀਂ ਵੱਖ-ਵੱਖ ਸਵਾਲਾਂ ਦੇ ਵਿੱਚ, ਕੁਝ ਮੇਰੇ ਸਵਾਲ, ਕੁਝ ਦਰਸ਼ਕਾਂ ਦੇ ਸਵਾਲ, ਕੁਝ ਕਾਲਸ ਆਈਆਂ, ਸਾਰਿਆਂ ਦੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਸਾਰਾ ਕੁਝ। ਜਿਵੇਂ ਤੁਸੀਂ ਗੱਲ ਕੀਤੀ ਕਿ ਇਹਦੇ ਵਿੱਚ ਜਿਵੇਂ ਕੋਈ ਬੰਦਾ 20 ਸਾਲ ਤੋਂ ਰਹਿ ਰਿਹਾ, ਉਹਦੇ ਬਾਰੇ ਗੱਲਬਾਤ ਜਿਹੜੀ ਹੁਣ ਸਵਾਲ ਆਇਆ ਉਹ ਚੱਲੀ, ਤੇ ਇਹ ਜਿੱਦਾਂ ਹੁਣ ਪਹਿਲਾਂ ਪਤਾ ਹੀ ਨਾ ਹੋਵੇ ਕਿ ਮੈਨੂੰ ਕਿਹੜੇ ਪ੍ਰੂਫ ਚਾਹੀਦੇ ਨੇ, ਤੇ ਫਿਰ ਉਹਦੇ ਵਿੱਚ ਬੰਦਾ ਕੀ ਕਰ ਸਕਦਾ? ਸੱਬੀ ਸਾਹਿਬ, ਇੱਕ ਮੈਂ ਜਿਹੜੀ ਵੀ 20 ਸਾਲ ਦਾ ਕੇਸ ਹੁੰਦਾ ਹਰ ਵੀਡੀਓ 'ਚ ਮੈਂ ਆਪਣੇ ਚੈਨਲ ਦੇ ਥਰੂ ਜਾਂ ਇਨ ਜਨਰਲ ਇਹੀ ਕਹਿੰਦਾ ਵਾਂ, ਬਾਰ-ਬਾਰ ਚੀਖ ਕੇ ਕਹਿੰਦਾ ਵਾਂ, 20 ਸਾਲ ਦਾ ਜਿਹੜਾ ਵੀਜ਼ਾ ਉਹ ਸਭ ਤੋਂ ਵੱਡੀ ਕੈਦ ਹੁੰਦੀ ਆ। ਜਿਹੜਾ ਬੰਦਾ 20 ਸਾਲ ਇਸ ਮੁਲਕ 'ਚ ਇਲੀਗਲੀ ਰਵੇ, ਉਹ ਰੱਬ ਨੂੰ ਪਤਾ, ਉਸ ਬੰਦੇ ਨੂੰ ਪਤਾ ਕਿ ਮੈਂ 20 ਸਾਲ ਦਾ ਟਾਈਮ ਕਿਦੋਂ ਬਿਤਾਇਆ। ਤੇ ਤੁਸੀਂ ਕਰਨਾ ਹੀ ਹੁੰਦਾ ਕਿ ਜਿਸ ਤਰ੍ਹਾਂ ਮੈਂ ਉਹਨੂੰ ਦੱਸਿਆ, ਅਗਰ ਉਹ ਡਾਕਟਰ ਦੇ ਨਾਲ ਰਜਿਸਟਰ ਅੱਗੇ ਤੇ ਉਸ ਡਾਕਟਰ ਕੋਲ ਉਹ ਜਾ ਕੇ ਇੱਕ ਸਬੂਤ ਦਾ ਆਖਣ। ਠੀਕ ਹੈ, ਤਰੀਕੇ ਅੱਗੇ ਉਸਦੇ ਵੀ, ਮੈਂ ਨਹੀਂ ਕਹਿੰਦਾ ਕਿ ਬਿਲਕੁਲ ਨਿਰਾਸ਼ ਹੋ ਜਾਓ, ਦੇਰ ਇਜ਼ ਅ ਵੇ, ਲੇਕਿਨ ਬੜੇ ਚੱਜ ਨਾਲ ਉਹ ਕੇਸ ਆਪਾਂ ਕਰਦੇ। ਹੋ ਸਕਦਾ ਪੋਸੀਬਲ, ਨਾਟ ਇੰਪੋਸੀਬਲ, ਠੀਕ ਹੈ, ਲੇਕਿਨ ਬੜੇ ਤਰੀਕੇ ਨਾਲ ਹੋਮ ਆਫਿਸ ਨੂੰ ਕਨਵਿੰਸ ਕਰੀਦਾ ਆਪਾਂ ਕੀਤੇ ਕਈ, ਕਿਉਂਕਿ ਜਿਹੜਾ ਬੰਦਾ ਇਲੀਗਲ ਰਹਿੰਦਾ ਉਹ ਹਰ 20 ਸਾਲ ਦਾ ਥੋੜੇ ਪ੍ਰੂਫ ਰੱਖਦਾ। ਇਟ ਇਜ਼ ਨਾਟ ਪੋਸੀਬਲ। ਉਸ ਬੰਦੇ ਨੇ ਜੋ ਕੋਈ ਆਪਣਾ ਘਰ ਦਾ ਐਡਰੈਸ ਤੱਕ ਨਹੀਂ ਯੂਜ਼ ਕਰਨੇ ਦਿੰਦਾ, ਜਰਮੀਨ, ਠੀਕ ਹੈ, ਲੇਕਿਨ ਹੋ ਸਕਦਾ ਹੈਗਾ ਜੀ। ਬਿਲਕੁਲ ਸਾਰੀਆਂ ਗੱਲਾਂ ਬਾਤਾਂ ਮੇਰੇ ਖਿਆਲ ਕਲੀਅਰ ਹੋ ਗਈਆਂ, ਤੇ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ ਕਿ ਹੋਰ ਅੱਗੇ ਗੱਲਬਾਤ ਜਿਹੜੀ ਚਲਾਈਏ। ਸੋ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਹੋਰ ਜਿਹੜੀਆਂ ਗੱਲਾਂ ਬਾਤਾਂ, ਸਵਾਲ ਜਿਹੜੇ ਕੁਝ ਮੇਰੇ ਹੋਣਗੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਫਿਲਹਾਲ ਦੇ ਲਈ ਇੰਨਾ ਹੀ।